ਰੋਜ਼ਾਨਾ ਲੋਕ ਨਾਂ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਦਰਸ਼ਕਾਂ ਦਾ ਮੈਂ ਸੁਖਵਿੰਦਰ ਸਿੰਘ ਸਿੱਧੂ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਸਮੇਤ ਭਾਰਤ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋ ਗਏ ਨੇ, ਕਿਉਂ ਅਸੀਂ ਅਜਿਹਾ ਕਹਿ ਰਹੇ ਨੇ, ਇਸ ਤੇ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਜ਼ਿਆਦਾ ਵਿਵਾਦ ਛਿੜਿਆ ਹੋਇਆ। ਵਿਰੋਧੀ ਪਾਰਟੀਆਂ ਜਿਹੜੀਆਂ ਅਜਿਹੀ ਗੱਲ ਜਿਹੜੀ ਆ ਉਹ ਕਹਿ ਕੇ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਨੇ। ਇਸ ਤੇ ਅਸੀਂ ਜਿਹੜਾ ਸਹੀ ਤੇ ਸਪਸ਼ਟ ਜਾਣਕਾਰੀ ਤੁਹਾਨੂੰ ਦੇਣ ਦੀ ਇਸ ਮੁੱਦੇ ਤੇ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਦੀ ਸਿਆਸਤ ਦੇ ਅੰਦਰ ਅੱਜ ਇਹ ਮਾਮਲਾ ਜਿਹੜਾ ਕਾਫੀ ਜ਼ਿਆਦਾ ਭਖਿਆ ਹੋਇਆ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਇਸ ਝਟਕੇ ਦਾ ਇਹ ਮੰਨਿਆ ਜਾਵੇ ਕਿ ਕਾਂਗਰਸ ਹੁਣ ਦੁਬਾਰਾ ਭਾਰਤ ਦੇ ਵਿੱਚ ਨਹੀਂ ਉੱਠ ਸਕੇਗੀ ਕਿ ਜੇ ਪ੍ਰਸ਼ਾਂਤ ਕਿਸ਼ੋਰ ਵਰਗੇ ਲੋਕ ਵੀ ਕਾਂਗਰਸ ਦੇ ਅੱਗੋਂ ਹੱਥ ਖੜੇ ਕਰ ਗਏ ਨੇ ਤਾਂ ਖਾਸ ਤੌਰ ਤੇ ਉਹਨਾਂ ਨੇ ਹਾਈ ਕਮਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਨੇ ਗਾਂਧੀ ਦੇ ਉੱਪਰ ਜਿਹੇ ਜੀ ਟਿੱਪਣੀ ਜਾਂ ਆਪਾਂ ਉਹਨਾਂ ਨੇ ਲੀਡਰਸ਼ਿਪ ਦੀ ਜਿਹੇ ਜੀ ਗੱਲ ਕੀਤੀ ਹੈ ਉਹਦੇ ਕੀ ਸੰਕੇਤ ਨਿਕਲਦੇ ਨੇ, ਇਸ ਤੇ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਪੰਜਾਬ ਕਾਂਗਰਸ ਦੇ ਕਲੇਸ਼ ਤੇ ਕਰਾਂਗੇ ਕਿ ਸੁਰਜੀਤ ਧਮਾਨ ਤੇ ਅਮਰੀਕ ਸਿੰਘ ਢਿੱਲੋਂ, ਕੇਵਲ ਸਿੰਘ ਢਿੱਲੋਂ ਤੋਂ ਬਾਅਦ ਹੁਣ ਜਾਖੜ ਤੇ ਜਿਸ ਤਰੀਕੇ ਦੀ ਕਾਰਵਾਈ ਦਾ ਫਤਵਾ ਜਿਹੜਾ ਕਮੇਟੀ ਦੇ ਵੱਲੋਂ, ਕਾਂਗਰਸ ਦੀ ਕਮੇਟੀ ਦੇ ਵੱਲੋਂ ਸੁਣਾਇਆ ਗਿਆ ਕਿ ਉਸ ਤੋਂ ਬਾਅਦ ਹੋਰ ਕਿਹਦੇ ਤੇ ਗਾਜ ਜਿਹੜੀ ਹੈ ਡਿੱਗ ਸਕਦੀ ਹੈ, ਕਿ ਹੋਰ ਵੀ ਲੀਡਰਾਂ ਦੇ ਉੱਪਰ ਗਾਜ ਡਿੱਗੇਗੀ, ਕਿਹੜੇ ਲੀਡਰਾਂ ਦੀ ਗਾਜ ਡਿੱਗੇਗੀ ਤੇ ਕਿਹੜੇ ਲੋਕ ਹੁਣ ਜਾਖੜ ਤੇ ਕਾਰਵਾਈ ਤੋਂ ਬਾਅਦ ਕਿਹੜੇ ਵਿਧਾਇਕ ਜਿਹੜੀ ਆ ਉਹ ਬਗਾਵਤ ਕਰ ਰਹੇ ਨੇ। ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ ਸਵਾਗਤ ਹੈ ਜੀ ਪ੍ਰੋਗਰਾਮ। ਮਿਹਰਬਾਨੀ, ਸ਼ੁਕਰੀਆ ਸੁਖਵਿੰਦਰ ਜੀ। ਸਰ ਸਭ ਤੋਂ ਪਹਿਲਾਂ ਗੱਲ ਮੈਂ ਕਹਿੰਦਾ ਕਲੇਸ਼ ਪਾਰਟੀ ਦੀ, ਮਾਫ ਕਰਨਾ ਕਾਂਗਰਸ ਪਾਰਟੀ ਦੀ ਕਰੀਏ ਕਿ ਕਲੇਸ਼ ਪਾਰਟੀ ਟੁਕਸਾ ਉਤਾਰ ਨਿਕਲ ਗਿਆ ਕਿਉਂਕਿ ਲੰਬੇ ਸਮੇਂ ਤੋਂ ਹੀ ਜਿਹੜਾ ਕਲੇਸ਼ ਇਹਨਾਂ ਦਾ ਚੱਲਦਾ ਆ ਰਿਹਾ, ਕਾਂਗਰਸ ਪਾਰਟੀ ਦਾ ਕਲੇਸ਼ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਕਲੇਸ਼ ਦੇ ਵਿੱਚ ਬੜੇ ਹੋਰ ਲੀਡਰਾਂ ਤੇ ਕਾਰਵਾਈ ਹੋਈ। ਹੁਣ ਸੁਨੀਲ ਜਾਖੜ ਤੇ ਕਾਰਵਾਈ ਹੋਈ। ਹੁਣ ਸੁਨੀਲ ਜਾਖੜ ਤੇ ਕਾਰਵਾਈ ਤੇ ਜਿਹੜਾ ਫਤਵਾ ਜਿਹਾ ਸੁਣਾਤਾ ਕਿ ਇਹਨੂੰ 2 ਸਾਲ ਦੇ ਲਈ ਸਸਪੈਂਡ ਕਰ ਦਿਓ ਉਹ ਕਮੇਟੀ ਨੇ, ਹਾਲਾਂਕਿ ਉਹ ਹਲੇ ਫਾਈਨਲ ਨਹੀਂ ਹੋਇਆ। ਸੋਨੀਆ ਗਾਂਧੀ ਨੇ ਉਹਦੇ ਤੇ ਫੈਸਲਾ ਲੈਣਾ ਹੈ ਤੇ ਕਿਹਾ ਇਹ ਵੀ ਜਾ ਰਿਹਾ ਕਿ ਸੁਨੀਲ ਜਾਖੜ ਨੂੰ ਦਿੱਲੀ ਬੁਲਾ ਲਿਆ ਗਿਆ। ਹੁਣ ਦਿੱਲੀ ਕਿਸਨੇ ਬੁਲਾਇਆ ਜਾਂ ਬੁਲਾਇਆ ਵੀ ਆ ਤੇ ਸੁਨੀਲ ਜਾਖੜ ਆਪ ਗਏ ਨੇ, ਇਹ ਵੀ ਹਲੇ ਕਨਫਰਮ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਸੁਨੀਲ ਜਾਖੜ ਦਿੱਲੀ ਜਾ ਚੁੱਕੇ ਨੇ। ਕਿਵੇਂ ਦੇਖਦੇ ਹੋ ਕਿ ਸੁਨੀਲ ਜਾਖੜ ਦੇ ਖਿਲਾਫ ਲਏ ਗਏ ਇਸ ਫੈਸਲੇ ਨੂੰ ਤੇ ਇਸ ਤੋਂ ਬਾਅਦ ਕਿਹਦੇ ਉੱਪਰ ਕਾਰਵਾਈ ਹੋਰ ਹੋ ਸਕਦੀ ਹੈ? ਨਵਜੋਤ ਸਿੰਘ ਸਿੱਧੂ ਦੇ ਵੀ ਹੋ ਸਕਦੀ ਹੈ ਤੇ ਜਿਸ ਤਰੀਕੇ ਦੇ ਨਾਲ ਹੁਣ ਸੰਦੀਪ ਜਾਖੜ ਨੇ ਬਗਾਵਤ ਕਰ ਦਿੱਤੀ ਹੈ, ਉਹਨਾਂ ਨੇ ਇਸ ਨੂੰ ਗਲਤ ਕਰਾਰ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਾਖੜ ਦਾ ਪੱਖ ਜਾਣਨਾ ਚਾਹੀਦਾ ਸੀਗਾ ਤੇ ਨਾਲ ਹੀ ਨਾਲ ਉਹਨਾਂ ਨੇ ਕਹਿਤੀ ਕਿ ਮੈਂ ਕਾਂਗਰਸ ਦੇ ਵਿੱਚ ਰਵਾਂਗਾ ਨਹੀਂ ਰਵਾਂਗਾ ਇਹ ਜਾਖੜ ਤੇ ਡਿਪੈਂਡ ਕਰਦਾ। ਕਿਵੇਂ ਦੇਖਦੇ ਹੋ ਇਸ ਪੂਰੇ ਫੈਸਲੇ ਨੂੰ? ਸੁਖਵਿੰਦਰ, ਗੱਲ ਇਹ ਆ ਵੀ ਪਹਿਲਾਂ ਤਾਂ ਆਪਾਂ ਇਹ ਦੇਖੀਏ ਵੀ ਕਿਹੜੇ ਦੋਸ਼ ਕਰਕੇ ਸੁਨੀਲ ਜਾਖੜ ਨੂੰ ਕਾਂਗਰਸ ਤੋਂ 2 ਸਾਲ ਲਈ ਸਸਪੈਂਡ ਕਰਨ ਦਾ ਜਿਹੜਾ ਮੂਵ ਹੈ ਉਹ ਡਿਸਪਲਿਨਰੀ ਕਮੇਟੀ ਦੁਆਰਾ ਪਾਰਟੀ ਪ੍ਰਧਾਨ ਨੂੰ ਭੇਜਿਆ ਗਿਆ ਹੈ। ਦੇਖੋ, ਮੁੱਢਲੀ ਗੱਲ ਇਹੀ ਸੀ ਨਾ ਕਿ ਸੁਨੀਲ ਜਾਖੜ ਨੇ ਗੱਲ ਕਹੀ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਉਦੋਂ 42 ਵੋਟਾਂ ਜਿਹੜੀਆਂ ਸੀ ਉਹ ਜਾਖੜ ਦੇ ਪੱਖ ਵਿੱਚ ਸੀਗੀਆਂ, 2 ਵੋਟਾਂ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਸੀਗੀਆਂ, 2 ਵੋਟਾਂ ਵਾਲੇ ਨੂੰ ਮੁੱਖ ਮੰਤਰੀ ਬਣਾਇਆ ਗਿਆ। ਦੂਜੀ ਗੱਲ, ਉਹ ਬੜੀ ਦੁੱਖ ਨਾਲ ਇਹ ਕਹਿੰਦੇ ਰਹੇ ਨੇ ਕਿ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਇਹ ਕਹਿ ਕੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਸਰਦਾਰ ਹੋਣਾ ਚਾਹੀਦਾ, ਜੱਟ ਸਿੱਖ ਫੇਸ ਹੋਣਾ ਚਾਹੀਦਾ। ਅੰਬਿਕਾ ਸੋਨੀ ਦਾ ਨਾਂ ਵੀ ਲਿਆ ਬਾਅਦ ਵਿੱਚ ਸ਼ਾਇਦ ਕਿਸੇ ਸਟੇਜ ਤੇ ਉਹਨਾਂ ਦਾ ਇਤਰਾਜ਼ ਇਹ ਸੀਗਾ, ਸੁਨੀਲ ਜਾਖੜ ਦਾ ਇਤਰਾਜ਼ ਇਹ ਸੀ ਵੀ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ। ਜੇ ਕਾਂਗਰਸ ਸੈਕੂਲਰ ਪਾਰਟੀ ਹੈ ਫਿਰ ਤੁਸੀਂ ਜਦੋਂ ਸੂਬੇ ਦਾ ਮੁੱਖ ਮੰਤਰੀ ਲਾਉਣਾ ਹੈ ਫਿਰ ਜਾਤਾਂ ਦੇ ਆਧਾਰ ਤੇ ਜਿਹੜੀ ਇਸ ਕਿਸਮ ਦੇ ਵੱਡੇ ਫੈਸਲੇ ਦੀ ਗੱਲ ਦਾ ਫੈਸਲਾ ਜਿਹੜਾ ਹੈਗਾ, ਨਿਰਣਾ ਜਿਹੜਾ ਹੈਗਾ ਉਹ ਜਾਤਾਂ ਦੇ ਆਧਾਰ ਤੇ ਕਿਉਂ ਹੋਵੇ। ਜੇ ਤੁਸੀਂ ਧਿਆਨ ਨਾਲ ਦੇਖੋ ਇਹ ਗੱਲਾਂ ਠੀਕ ਨੇ, ਇਹ ਵਾਜਬ ਨੇ, ਜਾਣੀ ਕਿ ਸੁਨੀਲ ਜਾਖੜ ਨੇ ਕੋਈ ਗਲਤ ਗੱਲ ਨਹੀਂ ਕਹੀ। ਅੱਛਾ, ਫਿਰ ਸੁਨੀਲ ਜਾਖੜ ਨੂੰ ਕਾਰਨ ਦੱਸੋ, ਨੋਟਿਸ ਇਸ਼ੂ ਕਰ ਦਿੱਤਾ। ਹੁਣ ਤੁਸੀਂ ਕਹਿੰਦੇ ਹੋ ਦਿੱਲੀ ਗਏ ਨੇ। ਜੇ ਸੁਨੀਲ ਕੁਮਾਰ ਜਾਖੜ ਜਿਹੜੇ ਪਾਰਟੀ ਦੇ ਪ੍ਰਧਾਨ ਰਹੇ ਨੇ, ਐਡੇ ਵੱਡੇ ਜਿਹੜਾ ਕਾਂਗਰਸ ਪਰਿਵਾਰ ਨਾਲ ਉਹਨਾਂ ਦਾ ਸੰਬੰਧ ਹੈ, ਤੇ ਜੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਹੀ ਬੁਲਾ ਲੈਂਦੇ ਫਿਰ ਗੱਲ ਸੋ ਕਾਂਗਰਸ ਦੇ ਅੰਦਰ ਦੀਆਂ ਗੱਲਾਂ ਬੜੀਆਂ ਨਿਆਰੀਆਂ ਨੇ। ਕਾਂਗਰਸ ਦੀ ਵਰਕਿੰਗ ਬਹੁਤੀ ਕਿਸੇ ਨੂੰ ਸਮਝ ਨਹੀਂ ਆਉਂਦੀ ਹੈਗੀ।
ਅੱਛਾ, ਫਿਰ ਮੈਂ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ, ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ, ਜਿਹੜੀ ਗੱਲ ਦੂਜੀ ਵੱਡੀ ਗੱਲ ਸੁਨੀਲ ਜਾਖੜ ਦੇ ਖਿਲਾਫ ਉਠਾਈ ਗਈ ਕਿ ਜੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਜਿਹੜੇ ਉਹਨਾਂ ਦੇ ਆਪਣੇ ਜਾਤੀ ਉਰਜਨ ਨੇ ਉਹਦੀ ਗੱਲ ਕੀਤੀ ਆ, ਜਦ ਕਿ ਮੈਨੂੰ ਯਾਦ ਹੈ ਕਿ ਸੁਨੀਲ ਕੁਮਾਰ ਜਾਖੜ ਨੇ ਜਿਹੜੀ ਗੱਲ ਕਹੀ ਸੀ ਉਹ ਉਸ ਵੇਲੇ ਦੇ ਮੁੱਖ ਮੰਤਰੀ ਦੀ ਕੈਪੇਬਿਲਿਟੀ ਤੇ ਉਸ ਵੇਲੇ ਦੇ ਮੁੱਖ ਮੰਤਰੀ ਦਾ ਜਿਹੜਾ ਆਪਣਾ ਉਹਦੇ ਦੀ ਕੈਪੈਸਿਟੀ ਸੀਗੀ, ਕੈਪੇਬਿਲਿਟੀ ਸੀਗੀ, ਸਿਰਫ ਉਹਦੀ ਗੱਲ ਕੀਤੀ ਸੀਗੀ। ਮਤਲਬ ਕੋਈ ਇਸ ਕਿਸਮ ਦਾ ਇਰਾਦਾ ਸੁਨੀਲ ਕੁਮਾਰ ਜਾਖੜ ਦਾ ਹੋਵੇ ਕਿ ਉਹਦੇ ਖਿਲਾਫ, ਉਸ ਵੇਲੇ ਦੇ ਮੁੱਖ ਮੰਤਰੀ ਦੇ ਖਿਲਾਫ ਜਾਤੀ ਸੂਚਕ ਵਾਲੀ ਗੱਲ ਉਹਨਾਂ ਦੇ ਦਿਮਾਗ 'ਚ ਹੋਵੇ, ਮੈਨੂੰ ਇੱਦਾਂ ਦੀ ਗੱਲ ਯਾਦ ਨਹੀਂ ਆਉਂਦੀ। ਹਾਂ, ਇਹ ਗੱਲ ਜ਼ਰੂਰ ਸੀ ਉਹਨਾਂ ਨੇ ਵਾਰ-ਵਾਰ ਕਹੀ ਕਿ ਮੇਰੇ ਨਾਲ 42 ਲੋਕ ਸੀਗੇ, ਉਸ ਵੇਲੇ ਦੇ ਮੁੱਖ ਮੰਤਰੀ ਨਾਲ 2 MLA ਸੀਗੇ, ਦੂਜਾ ਜਾਤੀ ਦੇ ਆਧਾਰ ਤੇ ਇਹਨਾਂ ਗੱਲਾਂ ਦਾ ਫੈਸਲਾ ਨਹੀਂ ਹੋਣਾ ਚਾਹੀਦਾ ਸੀ, ਤੀਜੀ ਗੱਲ ਉਹਨਾਂ ਦੀ ਅਸੈਸਮੈਂਟ ਮੁਤਾਬਕ ਜਿਸ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਉਹਦੀ ਕੈਪੇਬਿਲਿਟੀ ਨਹੀਂ ਸੀਗੀ। ਇਹਨਾਂ ਗੱਲਾਂ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਜਿਹੜੀ ਪਾਰਟੀ ਆਪਣੇ ਆਪ ਨੂੰ ਇੰਡੀਆ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਤੌਰ ਤੇ ਪੇਸ਼ ਕਰਦੀ ਹੈ, ਜਿਹੜੀ ਪਾਰਟੀ ਨੇ ਇੰਨਾ ਲੰਮਾ ਸਮਾਂ ਕੇਂਦਰ ਤੇ ਰਾਜਾਂ ਵਿੱਚ ਰਾਜ ਕੀਤਾ, ਉਸ ਪਾਰਟੀ ਵਿੱਚ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਐਗਜ਼ਿਸਟ ਨਾ ਕਰਦੀ ਹੋਵੇ, ਇਹੋ ਜਿਹੀਆਂ ਗੱਲਾਂ ਹੀ ਸੁਨੀਲ ਕੁਮਾਰ ਜਾਖੜ ਦਾ ਜਿਹੜਾ ਸੰਕਟ ਹੈ ਨਾ, ਜਿਹੜਾ ਕੇਸ, ਉਹਦੇ ਚੋਂ ਇਹੀ ਗੱਲਾਂ ਰਿਫਲੈਕਟ ਹੁੰਦੀਆਂ ਨੇ ਕਿ ਸੁਨੀਲ ਕੁਮਾਰ ਜਾਖੜ ਵਰਗੇ ਵਿਅਕਤੀ ਨੂੰ ਨਿਕਲਦੀਆਂ ਨੇ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ, ਪੈਰਲਲ ਧੜਾ ਲੈ ਕੇ ਚੱਲ ਰਹੇ ਨੇ। ਮੇਰੇ ਖਿਆਲ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਬਣੇ ਨੇ, ਉਹ ਘੱਟ ਮੁੱਦਿਆਂ ਤੇ ਬੋਲ ਰਹੇ ਨੇ। ਨਵਜੋਤ ਸਿੰਘ ਸਿੱਧੂ ਆਪਣੇ ਧੜੇ ਦੇ ਸਮੇਤ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ, ਵੱਖ-ਵੱਖ ਮੁੱਦਿਆਂ ਤੇ ਬੋਲ ਰਹੇ ਨੇ। ਜਿਸ ਤੋਂ ਜਿਹੜਾ ਵਿਰੋਧੀ ਧਿਰ ਦੇ ਲੀਡਰ, ਜਿਸ ਤੋਂ ਪ੍ਰਧਾਨ ਰਾਜਾ ਵੜਿੰਗ, ਜਿਸ ਤੋਂ ਹਾਈ ਕਮਾਨ ਪਤਾ ਲੱਗ ਰਿਹਾ ਕਿ ਡਾਢੀ ਪਰੇਸ਼ਾਨ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਕਰ ਕੀ ਰਹੇ ਆ। ਤਾਂ ਨਵਜੋਤ ਸਿੰਘ ਸਿੱਧੂ ਦੇ ਵਾਧੇ ਲੋਕ ਆਧਾਰ ਨੂੰ ਦੇਖਦਿਆਂ ਕਿਤੇ ਜਿਵੇਂ ਪਹਿਲਾਂ ਕੁਝ ਕਾਰਵਾਈਆਂ ਹੋਈਆਂ, ਜਾਂ ਆਪਾਂ ਕਹਿ ਦਈਏ ਕਿ ਹੁਣ ਜੇ ਸੁਨੀਲ ਜਾਖੜ ਵਰਗੇ ਵੱਡੇ ਲੀਡਰ ਦੇ ਉੱਪਰ ਇੱਕ ਵਾਰੀ ਇਹ ਕਾਰਵਾਈ ਦੇ ਸੰਕੇਤ ਦੇ ਕੇ ਕਿਤੇ ਉਹ ਤਾਂ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਇੱਕ ਵਾਰੀ ਕਾਂ ਮਾਰ ਕੇ ਟੰਗ ਦਿਓ ਤੇ ਦੂਜਿਆਂ ਨੂੰ ਕੰਨ ਹੋ ਜਾਣਗੇ। ਕਿਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ। ਬੇਸ਼ੱਕ ਆਪਾਂ ਇਹ ਵੀ ਗੱਲਾਂ ਕਹਿੰਦੇ ਰਹੇ ਆ ਕਿ ਨਵਜੋਤ ਮਜਬੂਰ ਕਰ ਰਹੇ ਆ ਜਿਹੜੇ ਕਾਂਗਰਸ ਹਾਈ ਕਮਾਨ ਨੂੰ ਆਪਣੇ ਤੇ ਕਾਰਵਾਈ ਕਰਨ ਦੀ, ਪਰ ਉਧਰੋਂ ਕੀ ਲੱਗਦਾ ਕਿ ਜਾਖੜ ਦੇ ਉੱਪਰ ਕਾਰਵਾਈ ਕਰਨਾ ਨਵਜੋਤ ਨੂੰ ਇਹ ਦਿਖਾਉਣ ਦੇ ਬਰਾਬਰ ਤਾਂ ਨਹੀਂ, ਲੈ ਉਹ ਚੱਕ ਕਾਂ ਮਾਰ ਕੇ ਟੰਗਤਾ, ਹੁਣ ਤੂੰ ਟਿਕਣਾ ਟਿਕ ਜਾ, ਨਹੀਂ ਤੇਰੇ ਤੇ ਵੀ ਕਾਰਵਾਈ। ਸੁਖਵਿੰਦਰ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਇਹ ਸਮੁੱਚੇ ਤੌਰ ਤੇ ਕਾਂਗਰਸ ਦੇ ਕਿਰਦਾਰ ਨੂੰ ਰਿਫਲੈਕਟ ਕਰਨ ਵਾਲੀ ਗੱਲ ਹੈ। ਜੇ ਸੁਨੀਲ ਜਾਖੜ ਵਰਗੇ ਵਿਅਕਤੀ ਨੂੰ, ਜਿਹੜਾ ਟਕਸਾਲੀ ਕਾਂਗਰਸੀ ਹੈ, ਜਿਹਦਾ ਬਹੁਤ ਪੁਰਾਣਾ ਪਰਿਵਾਰ ਬੜੇ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ, ਜਿਹਦੀਆਂ ਕਈ ਪੀੜ੍ਹੀਆਂ ਕਾਂਗਰਸ ਵਿੱਚ ਰਹੀਆਂ, ਜਿਹੜਾ ਵੱਡੇ ਕੱਦ ਦਾ ਲੀਡਰ ਆ, ਜੇ ਇਸ ਕਿਸਮ ਦੇ ਵਿਅਕਤੀ ਨੂੰ ਬਿਨਾਂ ਗੱਲਬਾਤ ਕੀਤੇ ਆਪਾਂ ਪਾਸੇ ਕਰ ਦਈਏ ਕੈਪਟਨ ਅਮਰਿੰਦਰ ਸਿੰਘ ਨੂੰ, ਤਾਂ ਮੇਰੇ ਖਿਆਲ 'ਚ ਜੇ ਨਵਜੋਤ ਨੂੰ ਇੱਕ ਪਾਸੇ ਰੱਖ ਦਈਏ, ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪਾਸੇ, ਤਾਂ ਸਭ ਤੋਂ ਜੇ ਜ਼ਿਆਦਾ ਲੋਕਾਂ ਦੇ ਵਿੱਚ ਪ੍ਰਭਾਵ ਸੀਗਾ, ਪਾਰਟੀ ਦੇ ਅੰਦਰ ਪ੍ਰਭਾਵ ਸੀਗਾ, ਤਾਂ ਉਹ ਜਾਖੜ ਦਾ ਹੀ ਸੀ। ਮੈਂ ਜਦੋਂ ਵੱਡੇ ਕੱਦ ਦਾ ਲੀਡਰ ਕਿਹਾ, ਉਹਦਾ ਮਤਲਬ ਇਹੀ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਜੇ ਸੁਨੀਲ ਕੁਮਾਰ ਜਾਖੜ ਵਰਗੇ ਵਿਅਕਤੀ ਨੂੰ ਇਸ ਤਰੀਕੇ ਨਾਲ ਪਾਰਟੀ ਤੋਂ ਬਾਹਰ ਕੱਢਿਆ ਜਾ ਸਕਦਾ, ਜਿਸ ਤਰੀਕੇ ਨਾਲ ਕੱਢਿਆ ਜਾ ਰਿਹਾ, ਫਿਰ ਨਵਜੋਤ ਸਿੰਘ ਸਿੱਧੂ ਬਾਰੇ ਤਾਂ ਕਿਹਾ ਜਾ ਸਕਦਾ ਨਾ ਜੀ ਉਹ ਤੇ ਟਕਸਾਲੀ ਕਾਂਗਰਸੀ ਨਹੀਂ ਹੈਗੇ, ਉਹ ਤਾਂ BJP ਚੋਂ ਕਾਂਗਰਸ ਵਿੱਚ ਆਏ ਨੇ। ਜਾਣੀ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਇਸ ਤਰ੍ਹਾਂ ਦੇ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣਾ, ਜੇ ਸੁਨੀਲ ਜਾਖੜ ਨੂੰ ਇਸ ਤਰੀਕੇ ਨਾਲ ਕੱਢਿਆ ਜਾ ਸਕਦਾ, ਫਿਰ ਨਵਜੋਤ ਸਿੰਘ ਸਿੱਧੂ ਨੂੰ ਵੀ ਕੱਢਿਆ ਜਾ ਸਕਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੋ ਕਿਉਂ ਰਿਹਾ, ਉਹ ਇਸ ਕਰਕੇ ਰਿਹਾ, ਜਿਹੜੀ ਕਾਂਗਰਸ ਦੀ, ਜਿਹਨੂੰ ਅਸੀਂ ਕਈ ਵਾਰ ਹਾਈ ਕਮਾਂਡ ਕਹਿੰਦੇ ਆ, ਤੁਸੀਂ ਧਿਆਨ ਨਾਲ ਨੋਟ ਕਰਿਓ, ਕਈ ਸਾਡੇ ਸਰੋਤੇ ਇਸ ਗੱਲ ਤੇ ਇਤਰਾਜ਼ ਕਰਦੇ ਨੇ ਕਿ ਤੁਸੀਂ ਉਹਨੂੰ ਹਾਈ ਕਮਾਂਡ ਕਿਉਂ ਕਹਿੰਦੇ ਹੋ, ਕਿਉਂਕਿ ਪਾਰਟੀ ਪ੍ਰਧਾਨ ਕੋਈ ਇਲੈਕਟਡ ਅਫੀਸ਼ੀਅਲ ਨਹੀਂ ਹੈਗਾ ਕਾਂਗਰਸ ਦਾ ਇਸ ਵੇਲੇ, ਤੇ ਕਾਂਗਰਸ ਵਰਕਿੰਗ ਕਮੇਟੀ 'ਚ ਵੀ ਬਹੁਤੇ ਵਿਅਕਤੀ ਇਲੈਕਟਡ ਨਹੀਂ ਹੈਗੇ, ਨੋਮੀਨੇਟਡ ਹੈਗੇ ਨੇ। ਰਾਹੁਲ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ, ਸੋਨੀਆ ਗਾਂਧੀ ਜੀ ਵਰਕਿੰਗ ਪ੍ਰੈਜ਼ੀਡੈਂਟ ਬਣ ਗਏ, ਕਿੰਨਾ ਸਮਾਂ ਇਸ ਗੱਲ 'ਚ ਲੰਘ ਗਿਆ। ਅੱਛਾ,
ਫਿਰ ਤੁਹਾਨੂੰ ਅੱਜ ਦੇ ਦਿਹਾੜੇ ਇਹ ਵੀ ਗੱਲ ਯਾਦ ਹੋਏਗੀ, ਪ੍ਰਸ਼ਾਂਤ ਕਿਸ਼ੋਰ ਦਾ ਬਹੁਤ ਜ਼ਿਕਰ ਹੋ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿੱਚ ਜਾਣ ਤੋਂ ਨਾ ਕਰ ਦਿੱਤੀ ਹੈ। ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੀ ਮਰਜ਼ ਨੂੰ ਸਮਝਦੇ ਹੋਏ ਇਹ ਕਹਿੰਦੇ ਸੀ ਵੀ ਜੇ ਕਾਂਗਰਸ ਨੇ ਪੁਨਰ ਜੀਵਿਤ ਹੋਣਾ ਹੈ ਫਿਰ ਕਾਂਗਰਸ ਨੂੰ ਇੱਕ ਪਰਿਵਾਰ ਚੋਂ ਕੱਢੋ, ਕਾਂਗਰਸ ਕਲੈਕਟਿਵ ਫੈਸਲੇ ਲਵੇ, ਕਾਂਗਰਸ ਜਿਹੜੀ ਹੈ ਨਹਿਰੂ ਗਾਂਧੀ ਪਰਿਵਾਰ ਚੋਂ ਨਿਕਲੇ ਤੇ ਕਾਂਗਰਸ ਨੂੰ ਜਿਹੜੇ ਐਕਸਪੈਂਡ ਕਰਨ ਦੇ ਤਰੀਕੇ ਪ੍ਰਸ਼ਾਂਤ ਕਿਸ਼ੋਰ ਜੀ ਦੱਸ ਰਹੇ ਨੇ ਉਹ ਇਸ ਪਰਿਵਾਰ ਨੂੰ, ਜਿਹੜਾ ਪਰਿਵਾਰ ਕਾਂਗਰਸ ਨੂੰ ਕੰਟਰੋਲ ਕਰਦਾ ਉਹਨਾਂ ਨੂੰ ਐਕਸੈਪਟੇਬਲ ਨਹੀਂ ਹੈਗੇ। ਸੋ ਕਾਂਗਰਸ ਦੇ ਅੰਦਰ ਜਿਹੜਾ ਉਹਨਾਂ ਨੇ ਟਵੀਟ ਕੀਤਾ, ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਉਹਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਹੈ ਕਿ ਕਾਂਗਰਸ ਨੂੰ ਮੇਰੇ ਤੋਂ ਜ਼ਿਆਦਾ ਕਾਂਗਰਸ ਨੂੰ ਲੀਡਰਸ਼ਿਪ ਦੀ ਲੋੜ ਹੈ ਜਿਹੜੇ ਉਹਨੂੰ ਸਹੀ ਤਰੀਕੇ ਦੇ ਨਾਲ ਚਲਾ ਸਕੇ। ਹੁਣ ਉਹਨਾਂ ਨੇ ਕਹਿੰਦੇ ਸ਼ਰਤਾਂ ਰੱਖੀਆਂ ਸੀਗੀਆਂ, ਉਹਦੇ ਵਿੱਚ ਹੋ ਸਕਦਾ ਕਿ ਦੁਬਾਰਾ ਉਹਨਾਂ ਨੇ ਉਹੀ ਸ਼ਰਤ ਰੱਖਤੀ ਹੋਵੇ ਜਿਹੜੀ ਸ਼ਰਤ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਇੱਕ ਪਰਿਵਾਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪਾਰਟੀ ਨੂੰ, ਤਾਂ ਹੋ ਸਕਦਾ ਕਿ ਸੋਨੀਆ ਗਾਂਧੀ ਹੋਰਾਂ ਨੂੰ ਉਹ ਸ਼ਰਤ ਨਾ ਮਨਜ਼ੂਰ ਹੋਵੇ ਤੇ ਉਹ ਸ਼ਰਤ ਨਾ ਮਨਜ਼ੂਰ ਹੁੰਦਿਆਂ ਦੇਖ ਕੇ ਪ੍ਰਸ਼ਾਂਤ ਕਿਸ਼ੋਰ ਮਨਾ ਕਰਕੇ ਹੋਣ। ਸੁਵਿੰਦਰ ਸਿੰਘ, ਪ੍ਰਸ਼ਾਂਤ ਕਿਸ਼ੋਰ ਕਾਂਗਰਸ ਜੁਆਇਨ ਕਰ ਜਾਣ ਇਸ ਕੱਲੀ ਗੱਲ ਨਾਲ ਕਾਂਗਰਸ ਨੇ ਦਾ ਪੁਨਰ ਜੀਵਨ ਨਹੀਂ ਹੋ ਜਾਣਾ, ਪੁਨਰ ਜੀਵਿਤ ਨਹੀਂ ਹੋ ਜਾਣਾ। ਇਹ ਗੱਲ ਆਪਾਂ ਪ੍ਰੋਗਰਾਮ ਦੇ ਵਿੱਚ ਜਿੱਦਣ ਪਹਿਲੇ ਦਿਨ ਗੱਲ ਕੀਤੀ ਆ। ਜੀ ਜੀ ਜੀ, ਠੀਕ ਹੈ, ਇਹ ਠੀਕ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਅੰਦਰ ਵੱਡੇ ਪੱਧਰ ਤੇ ਬਦਲਾਅ ਲਿਆ ਕੇ ਕਿਵੇਂ ਕਾਂਗਰਸ ਪੁਨਰ ਜੀਵਿਤ ਹੋ ਸਕਦੀ ਆ ਉਹਦੇ ਤਰੀਕੇ ਦੱਸ ਸਕਦੇ ਨੇ, ਪਰੰਤੂ ਇਹ ਨਹੀਂ ਹੈਗਾ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੀ ਮੈਂਬਰਸ਼ਿਪ ਮਿਲੀ ਤੇ ਕਾਂਗਰਸ ਪੁਨਰ ਜੀਵਿਤ ਹੋ ਗਈ। ਇਹ ਨਹੀਂ ਹੋਣਾ, ਇਦਾਂ ਦੀ ਗੱਲ ਕੋਈ ਨਹੀਂ ਹੋਣੀ। ਤੇ ਈਵਨ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਪ੍ਰਸ਼ਾਂਤ ਕਿਸ਼ੋਰ ਐਜ ਵਿਉਂਤਕਾਰ, ਯਾਨੀ ਕਿ ਚੋਣਾਂ ਕਿੱਦਾਂ ਲੜਨੀਆਂ ਨੇ ਉਸ ਦੀ ਵਿਉਂਤਬੰਦੀ ਲਈ ਪ੍ਰਸ਼ਾਂਤ ਕਿਸ਼ੋਰ ਦਾ ਇੱਕ ਬਹੁਤ ਵੱਡਾ ਨਾਂ ਹੈ। ਤੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਉਹ ਇਲੈਕਸ਼ਨ ਦਾ, ਜਿਹੜੀਆਂ ਇਲੈਕਸ਼ਨਸ ਪ੍ਰਸ਼ਾਂਤ ਕਿਸ਼ੋਰ ਦੀ ਵਿਉਂਤਬੰਦੀ ਦੇ ਨਾਲ ਜਿੱਤੀਆਂ ਗਈਆਂ ਨੇ। ਤੇ ਮੈਂ ਤੁਹਾਨੂੰ ਸਿਰਫ ਦੋ ਜਿਹੜੇ ਮੇਰੇ ਦਿਮਾਗ 'ਚ ਇਮੀਡੀਏਟਲੀ ਆ ਰਹੇ ਨੇ ਕੇਸ ਦੱਸਣੇ ਨੇ ਕਿ ਜਦੋਂ 2017 ਵਿੱਚ ਪੰਜਾਬ ਦੀ ਇਲੈਕਸ਼ਨ ਪ੍ਰਸ਼ਾਂਤ ਕਿਸ਼ੋਰ ਨੂੰ ਨਾਲ ਲਾ ਕੇ ਕਾਂਗਰਸ ਨੇ ਜਿੱਤੀ, 2017 ਵਿੱਚ ਕਾਂਗਰਸ ਦੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਮਾੜੀ ਹਾਰ ਵੀ ਹੋਈ। ਤੇ ਦੂਜੀ ਉਦਾਹਰਨ ਤੁਹਾਨੂੰ ਮੈਂ ਦੇਣੀ ਹੈ ਕਿ 2021 ਵਿੱਚ ਵੈਸਟ ਬੰਗਾਲ ਵਿੱਚ TMC ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦੀ ਵਿਉਂਤਕਾਰੀ ਵਰਤ ਕੇ ਜਿੱਤ ਪ੍ਰਾਪਤ ਕੀਤੀ। ਉਸੇ TMC ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦੀਆਂ ਸੇਵਾਵਾਂ ਜਿਹੜੀਆਂ ਸੀ ਗੋਆ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ, ਉੱਥੇ ਕੁਝ ਨਹੀਂ ਲੱਭਿਆ। ਜਾਣੀ ਕਿ ਕੱਲੇ ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ ਕੁਝ ਨਹੀਂ ਬਣਨਾ। ਪ੍ਰਸ਼ਾਂਤ ਕਿਸ਼ੋਰ ਦੀ ਵਿਉਂਤਬੰਦੀ ਕਦੋਂ ਕੰਮ ਕਰੇਗੀ? ਜਦੋਂ ਪਾਰਟੀ ਜਿਹੜੀ ਹੈ ਉਹਨਾਂ ਦਿਸ਼ਾ ਵੱਲ ਮੂਵ ਕਰਦੇ ਹੋਏ, ਆਪਣੀ ਵਿਰੋਧੀ ਪਾਰਟੀ ਨਾਲ ਮੁਕਾਬਲਾ ਕਰਦੇ ਹੋਏ ਲੋਕਾਂ ਦੀਆਂ ਨਜ਼ਰਾਂ ਵਿੱਚ ਤੁਸੀਂ ਉਸ ਕਿਸਮ ਦੇ ਪ੍ਰੋਗਰਾਮ ਲੈ ਕੇ ਆਓਗੇ ਜਿਹੜੇ ਲੋਕਾਂ ਲਈ ਕੋਈ ਮਾਇਨਾ ਰੱਖਦੇ ਨੇ। ਸੋ ਨਾ ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ, ਨਾ ਪ੍ਰਸ਼ਾਂਤ ਕਿਸ਼ੋਰ ਦੀ ਵਿਉਂਤਬੰਦੀ ਨਾਲ ਇਕੱਲੇ ਤੌਰ ਤੇ ਕੋਈ ਪਾਰਟੀ ਜੀਵਤ ਨਹੀਂ ਹੋ ਸਕਦੀ। ਸੋ ਮੈਂ ਇੱਥੇ ਆਪਾਂ ਗੱਲ ਕਨਕਲੂਡ ਕਰੀਏ ਕਿ ਕਾਂਗਰਸ ਦਾ ਜੋ ਇਸ ਵੇਲੇ ਹਾਲਾਤ ਨੇ ਉਹ ਬਹੁਤ ਮਾੜੇ ਨੇ। ਕੇਂਦਰ ਦੀ ਜਿਹੜੀ ਸੋ ਕਾਲਡ ਹਾਈ ਕਮਾਂਡ ਹੈ ਉਹਦੇ 'ਚ ਕੋਈ ਇਲੈਕਟਡ ਫੰਕਸ਼ਨਰੀ ਹੈਗੇ, ਬਹੁਤੇ ਨੋਮੀਨੇਟਡ ਬੰਦੇ ਨੇ। ਤੇ ਉਹਦੇ ਵਿੱਚ ਜਿਹੜੇ ਆਲੇ ਦੁਆਲੇ ਉਸ ਪਰਿਵਾਰ ਦੇ ਬੰਦੇ ਹੈਗੇ ਨੇ ਉਹ ਵਿਅਕਤੀ ਨੇ ਜਿਹੜੇ ਲੋਕਾਂ ਤੋਂ ਟੁੱਟੇ ਹੋਏ ਨੇ, ਜਿਹੜੇ ਲੀਡਰ ਦਾ ਲੋਕਾਂ ਵਿੱਚ ਅਸਰ ਸੂਖ ਹੈ ਉਹਨਾਂ ਦੀ ਬਹੁਤਿਆਂ ਦੀ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈਗੀ। ਇਹਨਾਂ ਹਾਲਾਤਾਂ ਵਿੱਚ ਕਾਂਗਰਸ ਦੇ ਪੁਨਰ ਜੀਵਿਤ ਹੋਣ ਦੀ ਸੰਭਾਵਨਾ ਕੋਈ ਨਹੀਂ ਹੈਗੀ। ਇਸੇ ਕਰਕੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਵੀ ਕਾਫੀ ਬੰਦੇ ਇਸ ਗੱਲ ਦਾ ਅਹਿਸਾਸ ਹੋਣ ਤੋਂ ਬਾਅਦ ਕਿ ਕਾਂਗਰਸ ਦੇ ਪੁਨਰ ਜੀਵਿਤ ਹੋਣ ਦੇ ਚਾਂਸਸ ਨਹੀਂ ਹੈਗੇ, ਮੁਲਕ ਦੇ ਲੈਵਲ ਤੇ ਵੀ ਟੁੱਟਣਗੇ, ਪੰਜਾਬ ਵਿੱਚੋਂ ਵੀ ਟੁੱਟਣਗੇ। ਜੇ ਪ੍ਰਸ਼ਾਂਤ ਕਿਸ਼ੋਰ ਮਨਾ ਕਰ ਗਏ, ਜਦੋਂ ਪ੍ਰਸ਼ਾਂਤ ਕਿਸ਼ੋਰ ਆਏ ਸੀ ਡਾਕਟਰ ਸਾਹਿਬ, ਆਪਾਂ ਇਹ ਗੱਲਾਂ ਪਹਿਲਾਂ ਹੀ ਕਰਤੀਆਂ ਸੀ ਤੁਸੀਂ ਕਿ ਪ੍ਰਸ਼ਾਂਤ ਕਿਸ਼ੋਰ ਭਲਾ 4 ਆ ਜਾਣ, ਪਰ ਜਿਹੇ ਜਿਹੇ ਹਾਲਾਤ ਆ ਕਾਂਗਰਸ ਦੇ ਉੱਠ ਨਹੀਂ ਸਕਦੀ। ਤਾਂ ਕੁਝ ਕਾਂਗਰਸ ਦੇ ਵੱਡੇ ਲੀਡਰ ਵੀ ਦੱਬੀ ਜਵਾਨ ਦੇ ਵਿੱਚ ਇਹੀ ਗੱਲ ਕਹਿੰਦੇ ਦਿਖਾਈ ਦਿੱਤੇ ਕਿ ਪਾਰਟੀ ਦੇ ਜਿਹੋ ਜਿਹੇ ਹਾਲਾਤ ਆ ਪ੍ਰਸ਼ਾਂਤ ਕਿਸ਼ੋਰ ਦੇ ਵੱਸ ਦੀ ਗੱਲ ਨਹੀਂ ਜੀ। ਪਰ ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਨੇ ਇਨਕਾਰ ਕੀਤਾ ਉਹ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਨਾਲ ਹਾਈ ਕਮਾਂਡ ਦੇ ਉੱਪਰ ਪ੍ਰਸ਼ਾਂਤ ਕਿਸ਼ੋਰ ਨੇ ਸਵਾਲ ਖੜੇ ਕਰ ਦਿੱਤੇ ਡਾਕਟਰ ਸਾਹਿਬ, ਸਵਾਲ ਉਹ ਬੜੇ ਵੱਡੇ ਆ ਪਾਰਟੀ ਦੀ ਬਾਕੀ ਲੀਡਰਸ਼ਿਪ ਨੂੰ ਵੀ, ਤੇ ਜਿਹਨੂੰ ਪ੍ਰਸ਼ਾਂਤ ਕਿਸ਼ੋਰ ਤੇ ਵਿਸ਼ਵਾਸ ਸੀਗਾ
ਪ੍ਰਸ਼ਾਂਤ ਕਿਸ਼ੋਰ ਤੇ ਬੜੀਆਂ ਆਸਾਂ ਸੀਗੀਆਂ ਤੇ ਖੁਦ ਹਾਈ ਕਮਾਨ ਨੂੰ ਵੀ, ਜਿਹਨੂੰ ਪ੍ਰਸ਼ਾਂਤ ਕਿਸ਼ੋਰ ਤੇ ਬੜੀਆਂ ਆਸਾਂ ਸੀਗੀਆਂ, ਜੇ ਵਾਕਈ ਤੁਹਾਡੀਆਂ ਆਸਾਂ ਵਾਲਾ ਵਿਅਕਤੀ ਕੋਈ ਤੁਹਾਨੂੰ ਸਲਾਹ ਦੇ ਕੇ ਜਾਂਦਾ ਹੈ ਕਿ ਭਾਈ ਤੁਸੀਂ ਪਰਿਵਾਰ ਦੇ ਵਿੱਚੋਂ ਪਾਰਟੀ ਨੂੰ ਬਾਹਰ ਲਿਆਓ, ਤਾਂ ਫਿਰ ਸੋਚਣਾ ਤਾਂ ਬਣਦਾ ਹੈ। ਸਵਾਲ ਤਾਂ ਵੱਡੇ ਨੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਜਾਂਦੇ ਜਾਂਦੇ ਕਹਿ ਗਏ ਕਿ ਭਾਈ ਮੇਰੇ ਨਾਲੋਂ ਜ਼ਿਆਦਾ ਲੀਡਰਸ਼ਿਪ ਦੀ ਜ਼ਰੂਰਤ ਹੈ, ਤੁਹਾਡੇ ਕੋਲ ਲੀਡਰਸ਼ਿਪ ਹੈ। ਦੋ ਗੱਲਾਂ ਨੇ, ਇੱਕ ਤਾਂ ਇਹ ਕਿ ਕਾਂਗਰਸ ਜਦੋਂ ਬੁਲਾ ਕੇ ਪ੍ਰਸ਼ਾਂਤ ਕਿਸ਼ੋਰ ਤੋਂ ਸਲਾਹ ਲੈਂਦੀ ਹੈ ਨਾ, ਫਿਰ ਉਹ ਇਹ ਕਹਿੰਦੇ ਨੇ, ਉਹਨਾਂ ਦੀ ਦਿਲੀ ਇੱਛਾ ਕੀ ਹੈ ਕਿ ਕਾਂਗਰਸ ਇਦਾਂ ਹੀ ਚੱਲੇ ਜਿਵੇਂ ਚੱਲ ਰਹੀ ਹੈ, ਕਾਂਗਰਸ ਤੇ ਇਦਾਂ ਹੀ ਇੱਕ ਪਰਿਵਾਰ ਦਾ ਕੰਟਰੋਲ ਰਹੇ ਜਿਵੇਂ ਹੈਗਾ, ਕਾਂਗਰਸ 'ਚ ਇਦਾਂ ਹੀ ਇਹ ਪਰਿਵਾਰ ਸਟੇਟਾਂ ਦੇ ਯੂਨਿਟਾਂ ਨੂੰ ਕੰਟਰੋਲ ਕਰੇ ਜਿੱਦਾਂ ਹੁਣ ਕਰਦਾ। ਤੁਸੀਂ ਸਾਨੂੰ ਕੋਈ ਐਸਾ ਮੈਜਿਕ ਦੱਸ ਦਿਓ, ਕੋਈ ਜਾਦੂ ਬੜਾ ਫਾਰਮੂਲਾ ਸਾਨੂੰ ਦੱਸ ਦਿਓ ਜਿਹਦੇ ਨਾਲ ਕਾਂਗਰਸ ਪੁਨਰ ਜੀਵਿਤ ਹੋ ਜੇ। ਜਾਣੀ ਕਿ ਕਾਂਗਰਸ ਬਦਲਣ ਨੂੰ ਤਿਆਰ ਨਹੀਂ ਹੈਗੀ, ਕਾਂਗਰਸ ਜਿੱਤਾਂ ਪ੍ਰਾਪਤ ਕਰਨਾ ਚਾਹੁੰਦੀ ਹੈ, ਪਰੰਤੂ ਕਾਂਗਰਸ ਦੀ ਵਰਕਿੰਗ ਉਸੇ ਤਰੀਕੇ ਨਾਲ ਰਵੇ ਜਿਸ ਤਰੀਕੇ ਨਾਲ ਕਾਂਗਰਸ ਹੁਣ ਕੰਮ ਕਰਦੀ ਹੈ। ਇਹ ਕਾਂਗਰਸ ਦੀ ਹਾਈ ਕਮਾਂਡ ਪਰੇਸ਼ਾਨ, ਹਾਂ, ਇਹ ਚੀਜ਼ਾਂ ਜਾਣੀ ਕਿ ਤੁਸੀਂ ਇੱਕ ਡਾਕਟਰ ਕੋਲ ਜਾਂਦੇ ਹੋ, ਡਾਕਟਰ ਤੁਹਾਨੂੰ ਤੁਹਾਡੀ ਬਿਮਾਰੀ ਲੱਭ ਕੇ ਤੁਹਾਨੂੰ ਦਵਾਈ ਪ੍ਰਸਕ੍ਰਾਈਬ ਕਰਦਾ ਹੈ ਤੇ ਤੁਸੀਂ ਅਖੀਰ ਵਿੱਚ ਇਹ ਕਹੋ ਕਿ ਮੈਂ ਦਵਾਈ ਤੇਰੀ ਨਹੀਂ ਜੇ ਲੈਣੀ ਹੈ ਜੀ। ਸੋ ਡਾਕਟਰ ਦੀ ਦਵਾਈ ਚਾਹੇ ਠੀਕ ਹੋਵੇ, ਤੁਹਾਡੇ ਰੋਗ ਦੀ ਘਾਟ ਕਰ ਸਕਦੀ ਹੋਵੇ, ਕਿਉਂਕਿ ਤੁਸੀਂ ਉਹ ਦਵਾਈ ਲੈਣੀ ਨਹੀਂ, ਇਸ ਕਰਕੇ ਤੁਹਾਡਾ ਰੋਗ ਠੀਕ ਹੋਣਾ ਨਹੀਂ। ਇਸ ਕਰਕੇ ਕਾਂਗਰਸ ਦੀ ਹਾਲਾਤ ਕਿਹੋ ਜਿਹੇ ਨੇ ਕਿ ਕਾਂਗਰਸ ਕਹਿੰਦੀ ਹੈ ਕਿ ਡਾਕਟਰ ਆ ਕੇ ਸਾਨੂੰ ਸਾਡੀਆਂ ਟਰਮਸ ਐਂਡ ਕੰਡੀਸ਼ਨ ਤੇ ਸਾਡੀਆਂ ਸਮੱਸਿਆਵਾਂ ਦਾ ਇਲਾਜ ਕਰ ਜਾਵੇ। ਜਿਹੜੀਆਂ ਗੱਲਾਂ ਡਾਕਟਰ ਸਮੁੱਚੇ ਤੌਰ ਤੇ ਤੁਹਾਨੂੰ ਸੁਜੈਸਟ ਕਰਿਆ, ਅਸੀਂ ਉਹ ਨਹੀਂ ਮੰਨਣੀਆਂ ਹੈਗੀਆਂ। ਸੋ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਦੇ ਫਾਰਮੂਲੇ, ਤੁਸੀਂ ਇੱਕ ਹੋਰ ਵੀ ਦੱਸੋ, ਅਸੀਂ ਨਾ ਪ੍ਰਸ਼ਾਂਤ ਕਿਸ਼ੋਰ ਨੂੰ ਵੈਸੇ ਨਾ ਬਹੁਤ ਵੱਡੀ ਚੀਜ਼ ਬਣਾਤੀ ਆ। ਜਿਹੜੀਆਂ ਗੱਲਾਂ ਪ੍ਰਸ਼ਾਂਤ ਕਿਸ਼ੋਰ ਕਹਿ ਰਿਹਾ ਉਹ ਹਰ ਇੱਕ ਪੜ੍ਹੇ ਲਿਖੇ ਵਿਅਕਤੀ ਨੂੰ, ਜਿਹਨੂੰ ਰਾਜਨੀਤੀ ਦੀ ਸਮਝ ਆ, ਉਹਨੂੰ ਸਮਝ ਆਉਂਦੀਆਂ ਨੇ। ਦੇਖੋ 2014 ਵਿੱਚ ਆਪਣਾ ਜਿਹੜੀ ਮੋਦੀ ਸਾਹਿਬ ਦੀ ਜਿੱਤ ਸੀਗੀ, ਬੀਜੇਪੀ ਦੀ ਜਿੱਤ ਸੀਗੀ, ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਵਿਉਂਤਕਾਰੀ ਦੀ ਵਰਤੋਂ ਹੋਈ। 2019 ਵਿੱਚ ਬੀਜੇਪੀ ਨੇ ਉਦੋਂ ਵੀ ਵੱਡੀ ਜਿੱਤ ਪ੍ਰਾਪਤ ਕੀਤੀ। ਜੇ ਬੀਜੇਪੀ 2014 ਤੋਂ ਲੈ ਕੇ 2019 ਤੱਕ ਲੋਕਾਂ ਦੀਆਂ ਆਸ਼ਾਵਾਂ ਦੇ ਮੁਤਾਬਕ ਪਰਫਾਰਮ ਨਾ ਕਰਦੀ, ਜਿਹੜੀ ਮਰਜ਼ੀ ਵਿਉਂਤਬੰਦੀ ਲਿਆ ਕੇ ਤੁਸੀਂ ਦੇ ਦਿੰਦੇ, ਫਿਰ 2019 ਵਿੱਚ ਬੀਜੇਪੀ ਨੇ ਜਿੱਤਣਾ ਸੀ? ਨਹੀਂ ਸੀ ਜਿੱਤਣਾ। ਸੋ ਇਸ ਕਰਕੇ ਨਾ ਅਸੀਂ ਵਿਉਂਤ ਨੂੰ ਸਭ ਕੁਝ ਬਣਾ ਦਿੱਤਾ। ਪਾਰਟੀਆਂ ਦੀ ਵਰਕਿੰਗ ਲਈ, ਪਾਰਟੀਆਂ ਦੀਆਂ ਜਿੱਤਾਂ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀਆਂ ਦੇ ਪ੍ਰੋਗਰਾਮਸ, ਪਾਰਟੀਆਂ ਦੀ ਵਿਚਾਰਧਾਰਾ, ਔਰ ਉਸ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਗੱਲ ਹੈ ਜੀ। ਸੇ ਜਦੋਂ ਤੁਹਾਨੂੰ ਲੱਗੇ ਕਿ ਪਾਰਟੀ ਦੀ ਵਿਚਾਰਧਾਰਾ ਕੋਈ ਨਹੀਂ, ਪਾਰਟੀ ਦਾ ਪ੍ਰੋਗਰਾਮ ਕੋਈ ਨਹੀਂ, ਤੇ ਜੇ ਪਾਰਟੀ ਕੋਈ ਵਿਚਾਰਧਾਰਾ ਦੀ ਗੱਲ ਕਰਦੀ ਹੈ, ਉਹਦੇ ਪਹਿਰਾ ਨਹੀਂ ਦਿੰਦੀ, ਫਿਰ ਲੋਕ ਉਸ ਦੀ ਪਾਰਟੀ ਨਾਲ ਨਹੀਂ ਜੁੜਦੇ ਹੁੰਦੇ। ਸੋ ਜਿਹੜੀ ਵਿਉਂਤ ਵਾਲੀ ਗੱਲ ਹੈਗੀ ਹੈ, ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ। ਜਿਵੇਂ ਆਪਾਂ ਸੁਨੀਲ ਜਾਖੜ ਜਿਹੜੇ 2017 ਵਿੱਚ ਗੱਲਾਂ ਸਮਝਾ ਕੇ ਗਏ ਸੀ ਪ੍ਰਸ਼ਾਂਤ ਕਿਸ਼ੋਰ, ਜੇ ਪੰਜਾਬ ਦੇ ਲੋਕ, ਜਿਹੜੀ ਅਗਲੀ ਇਲੈਕਸ਼ਨ ਅਸੈਂਬਲੀ ਦੀ ਹੋਏ ਸੀ, ਜੇ ਪੰਜਾਬ ਦੀਆਂ ਪਾਰਟੀਆਂ ਲੋਕਾਂ ਨੂੰ ਕਾਂਗਰਸ ਦੇ ਉਹ ਵਾਅਦੇ ਯਾਦ ਕਰਾ ਦੇਣਾ, ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਕਈ ਸਾਲਾਂ ਵਿੱਚ ਵੀ ਕਾਂਗਰਸ ਨੂੰ ਮਾਫ ਨਹੀਂ ਕਰਨਾ। ਕਿਹੜੇ ਵਾਅਦੇ ਸੀਗੇ? ਉਹ ਵਾਅਦੇ ਸੀ ਜਿਹੜੇ ਕਿਹਾ ਇਹ ਜਾਂਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਹੇਠ ਪੰਜਾਬ ਦੀ ਕਾਂਗਰਸ ਨੇ 2017 ਵਿੱਚ ਲੋਕਾਂ ਨਾਲ ਕੀਤੇ। ਜਾਣੀ ਕਿ ਉਹ ਵਾਅਦੇ ਪੁੱਠੇ ਪੈ ਜਾਣਗੇ। ਬਿਲਕੁਲ ਠੀਕ। ਉਹ ਕਹਿੰਦੇ ਨਾ, ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ, ਉਹ ਗੱਲ ਹੈ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਵੀ ਗੱਲਾਂ ਕਹਿੰਦੇ ਰਹੇ ਆ ਕਿ ਭਾਈ ਮੈਂ ਤਾਂ ਤੁਹਾਨੂੰ ਸਟ੍ਰੈਟਜੀ ਬਣਾ ਕੇ ਦਿੰਦਾ, ਮੈਂ ਤਾਂ ਤੁਹਾਨੂੰ ਦੱਸਦਾ ਕਿ ਆਹ ਲੋਕਾਂ ਦੀਆਂ ਲੋੜਾਂ ਨੇ, ਇਹੋ ਜਿਹੇ ਵਾਅਦੇ ਕਰ ਲਓ, ਪਰ ਵਾਅਦੇ ਤੁਸੀਂ ਪੂਰੇ ਕਰਨੇ ਨੇ। ਇਹ ਪ੍ਰਸ਼ਾਂਤ ਕਿਸ਼ੋਰ ਹਾਲਾਂਕਿ ਮੌਕੇ ਤੇ ਸਾਫ਼ ਵੀ ਕਰਦੇ ਰਹੇ ਆ। ਪਰ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ। ਜਿਸ ਤਰੀਕੇ ਦੇ ਨਾਲ ਆਪਾਂ ਸੁਨੀਲ ਜਾਖੜ ਦੀ ਗੱਲ ਕਰ ਰਹੇ ਸੀ, ਜੇ ਵਾਕਈ ਫਾਈਨਲ ਮੋਹਰ ਜਿਹੜੀ ਉਹਨਾਂ ਨੂੰ 2 ਸਾਲ ਦੀ ਸਸਪੈਂਸ਼ਨ ਤੇ ਲਾ ਦਿੱਤੀ ਜਾਂਦੀ ਹੈ, 2 ਸਾਲ ਲਈ ਸਸਪੈਂਡ ਕਰਨ ਦੇ ਲਈ ਸੋਨੀਆ ਗਾਂਧੀ ਦੇ ਵੱਲੋਂ ਮੋਹਰ ਲਾ ਦਿੱਤੀ ਜਾਂਦੀ ਹੈ, ਸੰਦੀਪ ਜਾਖੜ ਇਹ ਗੱਲ ਕਹਿ ਰਹੇ ਨੇ ਕਿ ਮੈਂ ਆਪਣੇ ਸਿਆਸੀ ਗੁਰੂ ਜਿਹੜੇ ਸੁਨੀਲ ਜਾਖੜ ਤੋਂ ਸਲਾਹ ਲਊਂਗਾ ਕਿ ਮੈਂ ਕਾਂਗਰਸ ਦੇ ਵਿੱਚ ਰਹਿਣਾ ਜਾਂ ਨਹੀਂ ਰਹਿਣਾ। ਯਾਨੀ ਕਿ ਸਿੱਧੇ ਤੌਰ ਤੇ ਉਹਨਾਂ ਨੇ ਹਾਈ ਕਮਾਨ ਨੂੰ ਸਿੱਧੇ ਤੌਰ ਤੇ ਸੁਨੀਲ ਜਾਖੜ ਦੇ ਮਾਮਲੇ ਦੇ ਵਿੱਚ, ਸੁਨੀਲ ਜਾਖੜ ਨੂੰ ਸਸਪੈਂਡ ਕਰਨ ਦੇ ਮਾਮਲੇ ਦੇ ਵਿੱਚ ਧਮਕੀ ਜਿਹੜੀ ਉਹ ਦੇ ਦਿੱਤੀ ਗਈ ਹੈ। ਜੇ ਸੁਨੀਲ ਜਾਖੜ ਤੇ ਕਾਰਵਾਈ ਹੁੰਦੀ ਹੈ ਤਾਂ ਸੰਦੀਪ ਜਾਖੜ ਜੇ ਬਾਹਰ ਜਾਂਦੇ ਨੇ, ਤਾਂ ਉਸ ਤੋਂ ਬਾਅਦ ਨਵਜੋਤ ਸਿੱਧੂ ਦੇ ਧੜੇ ਦੇ ਉੱਪਰ ਕਾਰਵਾਈ ਹੁੰਦੀ ਆ, ਉਹ ਬਾਹਰ ਜਾਂਦੇ ਨੇ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਸਾਹਿਬ ਉਮੀਦ ਕੀਤੀ ਜਾ ਸਕਦੀ ਹੈ ਕਿ ਕੁਝ ਵਿਧਾਇਕ, ਕੁਝ ਸਾਬਕਾ ਵਿਧਾਇਕ, ਕੁਝ ਵੱਡੇ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬਾਹਰ ਜਾ ਸਕਦੇ ਆ ਜਾਖੜ ਤੇ ਕਾਰਵਾਈ ਹੋਣ ਤੋਂ ਬਾਅਦ।
ਸੁਖਵਿੰਦਰ, ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ। ਮੈਂ ਤਾਂ ਇਹਦੇ 'ਚ ਇਹੀ ਗੱਲ ਐਡ ਕਰਨੀ ਹੈ ਕਿ ਕਾਂਗਰਸ ਦਾ ਸੰਕਟ, ਜਿਹੜੀਆਂ ਗੱਲਾਂ ਤੁਸੀਂ ਪੰਜਾਬ ਦੇ ਸੰਦਰਭ ਵਿੱਚ ਕਰ ਰਹੇ ਹੋ, ਉਹਦੇ ਤੋਂ ਕਿਤੇ ਵੱਡਾ ਹੈ। ਜਿਹੜਾ ਇਹ ਪ੍ਰਸ਼ਾਂਤ ਕਿਸ਼ੋਰ ਜੀ ਕਾਂਗਰਸ ਨੂੰ ਨਾ ਕਰ ਗਏ ਨੇ ਨਾ, ਇਹ ਪ੍ਰਸ਼ਾਂਤ ਕਿਸ਼ੋਰ ਕੁਝ ਸਮਾਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਜੀ ਨੇ ਜਿਹੜੀ ਜਨਤਾ JDU ਹੈਗੀ ਹੈ ਨਾ, ਨਿਤੀਸ਼ ਕੁਮਾਰ ਵਾਲੀ, ਉਹ ਜੁਆਇਨ ਕੀਤੀ ਸੀਗੀ, ਮੁੜ ਕੇ ਛੱਡ ਕੇ ਆ ਗਏ। ਕਿਹੜੇ ਕਾਰਨਾਂ ਕਰਕੇ JDU ਜੀ ਛੱਡੀ ਮੈਨੂੰ ਨਹੀਂ ਪਤਾ। ਪਹਿਲਾਂ ਉਹਨਾਂ ਨੂੰ ਸਲਾਹ ਦਿੱਤੀ, ਮੁੜ ਕੇ ਪਾਰਟੀ ਜੁਆਇਨ ਕੀਤੀ, ਪਾਰਟੀ ਦੇ ਅੰਦਰ ਅਹੁਦਾ ਦਿੱਤਾ ਗਿਆ ਛੱਡ ਕੇ। ਜਾਣੀ ਕਿ ਪ੍ਰਸ਼ਾਂਤ ਕਿਸ਼ੋਰ ਜੀ ਸਿਰਫ ਵਿਉਂਤਕਾਰ ਨਹੀਂ ਰਹਿਣਾ ਚਾਹੁੰਦੇ, ਪ੍ਰਸ਼ਾਂਤ ਕਿਸ਼ੋਰ ਜੀ ਰਾਜਨੀਤੀ ਵਿੱਚ ਛਾਲ ਮਾਰਨਾ ਚਾਹੁੰਦੇ ਨੇ। ਸੋ ਜਿਹਦਾ ਮੈਨਾਂ ਇਹ ਹੋਇਆ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਅੰਦਰ ਛਾਲ ਮਾਰਨ ਦੇ ਇੱਛੁਕ ਸੀਗੇ, ਪਰੰਤੂ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਦੇ ਅੰਦਰ ਜਿਹੜਾ ਆਪਣਾ ਰਾਜਨੀਤਿਕ ਭਵਿੱਖ ਨਜ਼ਰ ਨਹੀਂ ਆਇਆ, ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਨਾ ਕਰਕੇ ਚਲੇ ਗਏ। ਹੁਣ ਜਦੋਂ ਕੇਂਦਰ ਦੀ ਜਿਹੜੀ ਕਾਂਗਰਸ ਦੀ ਸਰਕਾਰ ਹੈ, ਜਿਹੜੀ ਪਾਰਟੀ ਹੈ, ਜੇ ਇਸ ਪਾਰਟੀ ਦੇ ਇਹ ਹਾਲਾਤ ਨੇ, ਇਹਨਾਂ ਦਾ ਅਸਰ ਬਾਕੀ ਸੂਬਿਆਂ ਵਿੱਚ ਵੀ ਪਵੇਗਾ, ਪੰਜਾਬ ਵਿੱਚ ਵੀ ਪਵੇਗਾ। ਜਾਣੀ ਕਿ ਜੇ ਕੇਂਦਰ ਵਿੱਚ ਕਾਂਗਰਸ ਕਮਜ਼ੋਰ ਹੁੰਦੀ ਹੈ ਤੇ ਫਿਰ ਪੰਜਾਬ ਦੇ ਅੰਦਰ ਕਈ ਸਾਰੇ ਲੋਕ ਕਾਂਗਰਸ ਤੋਂ ਬਾਹਰ ਆਪਣਾ ਰਾਜਨੀਤਿਕ ਭਵਿੱਖ ਲੱਭਣਗੇ। ਜੇ ਸੁਨੀਲ ਜਾਖੜ ਜੀ ਕਾਂਗਰਸ ਨੂੰ ਛੱਡਦੇ ਨੇ, ਫਿਰ ਸੰਦੀਪ ਜਾਖੜ ਜਿਹੜੇ ਕਿ ਉਹਨਾਂ ਦੇ ਭਤੀਜੇ ਨੇ, ਉਹ ਤਾਂ ਹੋਰ ਪਾਸੇ ਦੇਖਣਗੇ ਹੀ ਦੇਖਣਗੇ। ਕਾਫੀ ਸਾਰੇ ਲੋਕ ਹੋਰ ਵੀ ਸੁਭਾਵਨਾ ਪੈਦਾ ਹੋ ਜਾਂਦੀ ਹੈ ਕਾਂਗਰਸ ਦੇ ਅੰਦਰ, ਜਿਹੜੇ ਕਾਂਗਰਸ ਤੋਂ ਬਾਹਰ ਆਪਣਾ ਰਾਜਨੀਤਿਕ ਭਵਿੱਖ ਲੱਭਣਗੇ। ਸੋ ਇਹ ਜਿਹੜੀ ਡਿਵੈਲਪਮੈਂਟਸ ਅੱਜ ਦੀਆਂ ਹੋਈਆਂ ਨੇ, ਇਹ ਵੱਡੀਆਂ ਡਿਵੈਲਪਮੈਂਟਸ ਨੇ, ਇਹ ਛੋਟੀਆਂ ਡਿਵੈਲਪਮੈਂਟਸ ਨਹੀਂ ਹੈਗੀਆਂ। ਤੇ ਜਿਹੜੀਆਂ ਕੇਂਦਰ ਦੀਆਂ ਗਤੀਵਿਧੀਆਂ ਨੇ, ਉਹਨਾਂ ਦਾ ਸਟੇਟਾਂ ਤੇ ਵੀ ਅਸਰ ਪਵੇਗਾ। ਹਾਂਜੀ, ਜਦੋਂ ਸਟੇਟਾਂ ਤੇ ਅਸਰ ਪਵੇਗਾ ਤੇ ਫਿਰ ਅਸਰ ਕੀ ਪਵੇਗਾ ਕਿ ਕਾਂਗਰਸ ਦੇ ਅੰਦਰੋਂ ਉਹ ਸਾਰੇ ਲੋਕ ਜਿਹੜੇ ਮਹਿਸੂਸ ਕਰਦੇ ਨੇ ਕਿ ਕਾਂਗਰਸ ਦਾ ਕੋਈ ਫਿਊਚਰ ਨਹੀਂ ਹੈਗਾ, ਉਹ ਆਪਣਾ ਰਾਜਨੀਤਿਕ ਭਵਿੱਖ ਹੋਰ ਪਾਰਟੀਆਂ ਵਿੱਚ ਲੱਭਣਗੇ ਜਾਂ ਅਲੱਗ ਪਾਰਟੀ ਬਣਾ ਕੇ ਲੱਭਣਗੇ। ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਲੀਡਰ ਜਿਹੜੇ ਬਾਹਰ ਵਾਲੇ ਪਾਸੇ ਨੂੰ ਮੂੰਹ ਕਾਂਗਰਸ ਤੋਂ ਕਰ ਸਕਦੇ। ਡਾਕਟਰ ਸਾਹਿਬ, ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ। ਬੜੀ ਅਹਿਮ ਖਬਰ ਹੈ ਅੱਜ। ਉਸ ਖਬਰ ਦੇ ਉੱਪਰ ਪੂਰੀ ਸਿਆਸਤ ਜਿਹੜੀ ਪੱਕੀ ਹੋਈ ਹੈ। ਜਿਹੜਾ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਜਿਹੜਾ ਇੱਕ MOU ਸਾਈਨ ਹੋਇਆ, ਉਸ ਤੇ ਸਿਆਸਤ ਪੂਰੀ ਤਰੀਕੇ ਦੇ ਨਾਲ ਪੱਕੀ ਹੋਈ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ, ਉਹ ਪੂਰੇ ਤਰੀਕੇ ਦੇ ਨਾਲ ਘੇਰ ਰਹੇ ਨੇ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਹੋਰਾਂ ਨੂੰ। ਸੋ ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਭਾਈ ਭਗਵੰਤ ਹੁਣ ਸਿਰਫ ਦੇਖਦਾ ਰਹਿ ਗਿਆ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹ ਅਰਵਿੰਦ ਕੇਜਰੀਵਾਲ ਬਣ ਗਏ ਨੇ। ਐਡਾ ਵੱਡਾ ਬਿਆਨ ਦੇ ਦੇਣਾ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਇਹ ਸਵਾਲ ਚੱਕੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ, ਵਾਕਈ ਉਨੀ ਵੱਡੀ ਗੱਲ ਹੈਗੀ ਹੈ, ਜਾਂ ਫਿਰ ਜਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸਿਰਫ ਇੱਕ ਆਮ ਜੀ ਗੱਲ ਬਣਾ ਕੇ ਦੱਸੀ ਜਾ ਰਹੀ ਹੈ ਕਿ ਭਾਈ ਜਿਹੜੀ ਚੀਜ਼ ਸਾਡੇ ਚ ਘਾਟ ਆ ਉਹ ਅਸੀਂ ਦਿੱਲੀ ਤੋਂ ਦੇਖ ਕੇ ਪੂਰੀ ਕਰਾਂਗੇ, ਤੇ ਜਿਹੜੀ ਦਿੱਲੀ ਚ ਘਾਟ ਉਹ ਸਾਡੇ ਤੋਂ ਦੇਖ ਕੇ ਪੂਰੀ ਕਰ ਲੂ। ਕਿਵੇਂ ਦੇਖਦੇ ਹੋ, ਸੱਚਾਈ ਕਿਹੜੀ ਹੈ? ਵਿਰੋਧੀਆਂ ਦੀ ਸੱਚਾਈ ਹੈ ਜਾਂ ਸਰਕਾਰ ਦੀ ਸੱਚਾਈ ਹੈ? ਇਹ ਜਿਹੜਾ ਟੌਪਿਕ ਹੈ ਨਾ, ਇਸ ਵਿਸ਼ੇ ਤੇ ਪੂਰਾ ਪ੍ਰੋਗਰਾਮ ਹੋਣਾ ਬਣਦਾ ਸੀ। ਚਲੋ ਤੁਸੀਂ ਇਹਦੇ ਵਿਚਕਾਰ ਹੀ ਇਹ ਗੱਲ ਟੇਕ ਅਪ ਕਰ ਰਹੇ ਹੋ, ਮੈਂ ਉਹਦੇ ਮੁਤਾਬਕ ਜਵਾਬ ਦਿੰਦਾ। ਪਹਿਲਾਂ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਐਗਰੀਮੈਂਟ ਤੇ ਜਿਹੜੀ ਆਮ ਸਹਿਮਤੀ 'ਚ ਕੀ ਫਰਕ ਹੁੰਦਾ ਹੈ। ਐਗਰੀਮੈਂਟ ਹੁੰਦਾ ਹੈ ਜਿਹੜੀਆਂ ਚੀਜ਼ਾਂ ਦੋਨੇ ਸੂਬਿਆਂ ਤੇ ਜਿਹਨਾਂ ਮਤਲਬ ਬਾਈਂਡਿੰਗ ਸ਼ਬਦ ਹੈ ਨਾ ਅੰਗਰੇਜ਼ੀ ਦਾ, ਜਿਹੜੀ ਵਾਕਈ ਉਹਨਾਂ ਨੂੰ ਮੰਨਣੀਆਂ ਪੈਂਦੀਆਂ ਹੋਣ। ਅੰਡਰਸਟੈਂਡਿੰਗ ਹੈਗੀ ਹੈ ਕਿ ਤੁਹਾਡੇ 'ਚ ਆਮ ਸਮਝੌਤਾ ਆ ਗਿਆ ਕਿ ਇੱਦਾਂ ਅਸੀਂ ਕਰਾਂਗੇ, ਕਰਨਾ ਕਰ ਲਓ, ਨਹੀਂ ਕਰਨਾ ਨਾ ਕਰੋ। ਜਿਹੜੀ MOG ਹੁੰਦਾ ਨਾ, ਮਿਊਚੁਅਲ ਅੰਡਰਸਟੈਂਡਿੰਗ ਵਾਲਾ ਜਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਉਹਦੇ 'ਚ ਕੀ ਹੈ ਕਿ ਦੋ ਸੂਬਿਆਂ ਨੇ ਇੱਕ ਆਮ ਸਹਿਮਤੀ ਕਰ ਲਈ। ਕਿਹੜੀ ਸਹਿਮਤੀ ਕਰ ਲਈ? ਕਿ ਅਸੀਂ ਜਿਹੜੀ ਸਾਡਾ ਐਕਸਪੀਰੀਅੰਸਿਸ ਨੇ, ਸਾਡਾ ਗਿਆਨ ਹੈ, ਉਹਨੂੰ ਸ਼ੇਅਰ ਕਰਾਂਗੇ। ਅਸੀਂ ਇਸ ਕਿਸਮ ਦੇ MOG ਯੂਨੀਵਰਸਿਟੀਆਂ 'ਚ ਰਹਿ ਕੇ ਬਾਹਰਲੀਆਂ ਯੂਨੀਵਰਸਿਟੀਆਂ ਨਾਲ ਕਰਦੇ ਰਹੇ ਹਾਂ। ਹੁੰਦਾ ਕੀ ਸੀ, ਉਹਨਾਂ ਦੇ ਪ੍ਰੋਫੈਸਰ ਸਾਡੇ ਕੋਲ ਆਉਣਗੇ, ਸਾਡੇ ਪ੍ਰੋਫੈਸਰ ਉੱਥੇ ਜਾਣਗੇ, ਹੈ ਜੀ, ਤੇ ਉਹਦੇ 'ਚ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈਗੀ। ਸੋ ਜਿਹੜੀ ਨੌਲੇਜ ਸ਼ੇਅਰ ਕਰਨ ਦੇ MOU ਨੇ, ਉਹ ਬਹੁਤ ਇੱਕ ਛੋਟੀ ਚੀਜ਼ ਹੈ। ਅੱਛਾ, ਇਹ ਵੀ ਨਹੀਂ ਹੈਗਾ ਕਿ ਜਦੋਂ ਜਿਹਦਾ ਜੀ ਕੀਤਾ ਜਾ ਕੇ ਦਿੱਲੀ ਜਾ ਵੜੇ, ਦਿੱਲੀ ਤੋਂ ਪੰਜਾਬ 'ਚ, ਇੱਦਾਂ ਵੀ ਨਹੀਂ ਹੈਗਾ। ਜਦੋਂ ਕਿਸੇ ਮਹਿਕਮੇ ਦੇ ਅਫੀਸ਼ੀਅਲ ਨੇ ਪੰਜਾਬ ਆਉਣਾ ਹੈ, ਉਹ ਕਮਿਊਨੀਕੇਟ ਕਰਕੇ, ਦਿਨ ਫਿਕਸ ਕਰਕੇ, ਹਾਂਜੀ, ਉਹਨੂੰ ਅਟੈਂਡ ਕੀਤਾ ਜਾਏਗਾ। ਉਹਨੂੰ ਹੋ ਸਕਦਾ ਅਕਮੋਡੇਸ਼ਨ ਵਗੈਰਾ ਪ੍ਰੋਵਾਈਡ ਕਰ ਦਿੱਤੀ ਜਾਵੇ,
ਉਹਨੂੰ ਉਸ ਮਹਿਕਮੇ ਨਾਲ, ਜਿਸ ਮਹਿਕਮੇ ਦੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਉਹ ਜਾਣਕਾਰੀ ਪ੍ਰੋਵਾਈਡ ਦਿੱਤੀ ਜਾਵੇਗੀ, ਕਰ ਦਿੱਤੀ ਜਾਵੇਗੀ। ਸੋ MOU ਦਾ ਮਤਲਬ ਇਹ ਹੈ। ਸੋ ਇਹ ਕੋਈ ਨਾ ਇਹ ਤੂਫਾਨ ਨਹੀਂ ਡਿੱਗ ਗਿਆ, ਇਹਦੇ ਨਾਲ ਕੋਈ ਪੰਜਾਬ ਦਾ ਫੈਡਰਲ ਢਾਂਚਾ ਨਹੀਂ ਹਿੱਲ ਗਿਆ, ਇਹਦੇ ਨਾਲ ਕੋਈ ਪੰਜਾਬ ਦੀ ਸਰਕਾਰ ਵਿੱਚ ਦਿੱਲੀ ਸਰਕਾਰ ਦੀ ਇੰਟਰਫੀਅਰੈਂਸ ਨਹੀਂ ਹੋਗੀ, ਕੁਝ ਨਹੀਂ ਹੈਗਾ। ਇਹ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਹੈਗਾ ਵੀ ਜਿਵੇਂ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਪੰਜਾਬ ਦੇ ਵਿੱਚ ਮੰਡੀ ਸਿਸਟਮ ਇੰਡੀਆ ਦਾ ਸਭ ਤੋਂ ਉੱਨਤ ਮੰਡੀ ਸਿਸਟਮ ਹੈ। ਤੇ ਕਹਿਣ ਨੂੰ ਜਿਹੜੀ MSP ਹੈਗੀ ਆ, ਉਹ ਕੇਂਦਰ ਸਰਕਾਰ MSP ਫਿਕਸ ਕਰਦੀ ਹੈ ਤੇ ਇਹ ਕੇਂਦਰ ਦਾ ਸਿਸਟਮ ਹੈਗਾ। ਪਰ ਬਹੁਤੇ ਸੂਬਿਆਂ ਵਿੱਚ MSP ਨਾਂ ਦੀ ਕੋਈ ਚੀਜ਼ ਕੰਮ ਹੀ ਨਹੀਂ ਕਰਦੀ। ਬਹੁਤੇ ਸੂਬਿਆਂ ਵਿੱਚ ਸਰਕਾਰੀ ਮੰਡੀਆਂ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਪੰਜਾਬ 'ਚ ਹੈਗੀ ਆ। ਜੇ ਕੱਲ੍ਹ ਨੂੰ ਕਿਸੇ ਸੂਬੇ ਨੇ ਆਪਣੇ ਸੂਬੇ ਵਿੱਚ ਸਰਕਾਰੀ ਮੰਡੀਆਂ ਪੰਜਾਬ ਦੇ ਪੈਟਰਨ ਤੇ ਡਿਵੈਲਪ ਕਰਨੀਆਂ ਹੋਣ ਤੇ ਪੰਜਾਬ ਆ ਕੇ ਪੰਜਾਬ ਦੇ ਤਜਰਬੇ ਤੋਂ ਸਿੱਖ ਲੈਣ, ਕਿਹੜੀ ਮਾੜੀ ਗੱਲ ਹੈ ਜੀ? ਬਿਲਕੁਲ ਬਿਲਕੁਲ ਠੀਕ। ਕਿਹੜੀ? ਇਹ ਮੈਂ ਤੁਹਾਨੂੰ ਇੱਕ ਉਦਾਹਰਨ ਦਿੱਤੀ ਹੈ ਕਿਉਂਕਿ ਮੇਰੇ ਦਿਮਾਗ 'ਚ ਰੈਡਲੀ ਇਹ ਐਗਜ਼ਾਮਪਲ ਆ ਰਹੀ ਸੀਗੀ। ਸੋ ਅੱਛਾ, ਹੁਣ ਇਹ ਗੱਲ ਕਰਦੇ ਨੇ ਐਗਰੀਮੈਂਟਾਂ ਦੀ। ਮੈਨੂੰ ਇਹ ਦੱਸੋ, ਜਿਹੜੇ ਐਗਰੀਮੈਂਟ ਮਿਸਿਸ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਜਿਹਨੂੰ ਕਹਿੰਦੇ ਇੱਕ ਤਰਫਾ ਐਗਰੀਮੈਂਟ, ਇੰਦਰਾ ਗਾਂਧੀ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਹਰਿਆਣੇ ਨਾਲ, ਦਿੱਲੀ ਨਾਲ, ਰਾਜਸਥਾਨ ਨਾਲ ਇੱਕ ਤਰਫਾ ਤੌਰ ਤੇ ਕਰਤੀ ਕਿ ਇੰਨਾ ਪਾਣੀ ਹਰਿਆਣੇ ਨੂੰ ਜਾਏਗਾ, ਇੰਨਾ ਰਾਜਸਥਾਨ ਨੂੰ ਜਾਏਗਾ, ਇੰਨਾ ਦਿੱਲੀ ਨੂੰ ਜਾਏਗਾ। ਬਾਅਦ ਵਿੱਚ ਇਸ ਗੱਲ ਤੇ ਕਿੰਤੂ ਪਰੰਤੂ ਹੋਇਆ। ਫਿਰ ਕੀ ਹੋਇਆ ਜੀ? ਜਦੋਂ ਨਾ ਐਮਰਜੈਂਸੀ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਪਾਵਰ 'ਚ ਆਈ, ਇਹਨਾਂ ਨੇ ਕਿੰਤੂ ਪਰੰਤੂ ਕੀਤਾ, ਕੋਰਟ ਕੇਸ ਹੋਇਆ। ਫਿਰ ਉਸ ਤੋਂ ਬਾਅਦ 1980 ਵਿੱਚ ਫਿਰ ਕਾਂਗਰਸੀਆਂ ਸਰਕਾਰਾਂ ਆ ਗਈਆਂ। ਫਿਰ ਇੰਦਰਾ ਗਾਂਧੀ ਨੇ ਕੀ ਕੀਤਾ ਜੀ? ਹਰਿਆਣਾ, ਪੰਜਾਬ, ਰਾਜਸਥਾਨ ਤਿੰਨੋਂ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ, ਤਿੰਨੋਂ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਉਹ ਐਗਰੀਮੈਂਟ ਦੁਬਾਰਾ ਕਰਵਾ ਕੇ ਠੱਪਾ ਲਵਾਤਾ। ਜਿਹੜੇ ਉਹ ਐਗਰੀਮੈਂਟ ਸੀਗੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਾਲੇ, ਜਿੱਥੇ ਪੰਜਾਬ ਦਾ ਕੀਮਤੀ ਪਾਣੀ ਬਾਹਰਲੇ ਸੂਬਿਆਂ ਨੂੰ ਚਲਿਆ ਗਿਆ, ਉਹ ਐਗਰੀਮੈਂਟ ਕਿਹਨੇ ਕਰਵਾਏ ਸੀ? ਉਹ ਐਗਰੀਮੈਂਟ ਹੋਏ ਸੀ ਕਿ ਨਹੀਂ ਹੋਏ ਸੀ? ਫਿਰ ਉਸ ਐਗਰੀਮੈਂਟ ਤੇ ਕੁਝ ਸਮਾਂ ਅਕਾਲੀ ਦਲ ਨੇ, ਜੇ ਆਪਾਂ ਟੂ ਬੀ ਫੇਅਰ ਟੂ ਅਕਾਲੀ ਦਲ ਨੇ ਆਬਜੈਕਸ਼ਨ ਵੀ ਕੀਤਾ, ਪਰ ਬਾਅਦ ਵਿੱਚ ਉਸੇ ਅਕਾਲੀ ਦਲ ਨੇ ਉਹਨਾਂ ਐਗਰੀਮੈਂਟ ਹੇਠ ਜਿਹੜੀ SYL ਬਣਨੀ ਸੀ, ਹਰਿਆਣੇ ਦੀ ਸਰਕਾਰ ਕੋਲੋਂ ਪੇਮੈਂਟ ਲੈ ਲਈ। ਸੋ ਉਹ ਐਗਰੀਮੈਂਟ ਜਿਹੜੇ ਪੰਜਾਬ ਦੀਆਂ ਜੜ੍ਹਾਂ 'ਚ ਅੱਜ ਤੱਕ ਵਹਿ ਗਏ, ਉਹਨਾਂ ਐਗਰੀਮੈਂਟਾਂ ਦੀ ਗੱਲ ਕਰੋ। ਇਹ ਕੋਈ ਐਗਰੀਮੈਂਟ ਨਹੀਂ ਹੈਗਾ, ਇਹ ਤਾਂ MOU ਹੈਗਾ। MOU ਕਾਹਦਾ ਹੈਗਾ? ਕਿ ਜਿਸ ਸੂਬੇ ਦੀ ਕਿਸੇ ਇੱਕ ਅਦਾਰੇ ਵਿੱਚ ਕੋਈ ਖਾਸ ਐਕਸਪਰਟੀਜ਼ ਹੈਗੀ ਆ, ਦੂਜਾ ਸੂਬਾ ਉਸ ਐਕਸਪਰਟੀਜ਼ ਕੋਲੋਂ ਸਿੱਖ ਲਵੇ। ਤੇ ਨਾ ਤਾਂ ਪੰਜਾਬ ਦੇ ਕਾਨੂੰਨ ਦਿੱਲੀ ਨੇ ਬਣਾਉਣੇ ਨੇ, ਨਾ ਦਿੱਲੀ ਦੇ ਕਾਨੂੰਨ ਪੰਜਾਬ ਨੇ ਬਣਾਉਣੇ ਨੇ। ਦਿਖਾਇਆ ਇਹ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਵਾਲੀ ਤਾਕਤ ਆ, ਉਹ ਇਸ MOU ਦੇ ਜ਼ਰੀਏ ਕੇਜਰੀਵਾਲ ਨੇ ਆਪਣੇ ਹੱਥ ਦੇ ਵਿੱਚ ਲੈ ਲਈ ਹੈ। ਪੰਜਾਬ ਦੀ ਅਫਸਰਸ਼ਾਹੀ ਆ ਜਿਹੜੀ, ਉਹ ਕੇਜਰੀਵਾਲ ਆਪਣੇ ਤਰੀਕੇ ਦੇ ਨਾਲ ਦਿੱਲੀੋਂ ਚਲਾਏਗਾ। ਇਹ ਲੋਕਾਂ ਨੂੰ ਜਿਹੜੀ ਗੱਲ ਜਚਾਈ ਜਾ ਰਹੀ ਹੈ ਕਿ ਵਾਕਈ ਇਦਾਂ ਦੀ ਕੋਈ ਗੱਲ ਇਸ MOU ਦੇ ਜ਼ਰੀਏ, ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਇਸ MOU ਦੇ ਵਿੱਚ ਹੈਗੀਆਂ ਨੇ ਕਿ ਅਰਵਿੰਦ ਕੇਜਰੀਵਾਲ ਆਪਣੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਚਲਾ ਸਕਦੇ ਹੋ। ਨਾ ਤਾਂ ਪੰਜਾਬ ਲਈ ਕਾਨੂੰਨ ਦਿੱਲੀ ਨੇ ਬਣਾਉਣੇ ਨੇ, ਨਾ ਦਿੱਲੀ ਲਈ ਕਾਨੂੰਨ ਪੰਜਾਬ ਨੇ ਬਣਾਉਣੇ ਨੇ, ਨਾ ਪੰਜਾਬ ਵਿੱਚ ਕਾਨੂੰਨ ਦਿੱਲੀ ਦੀ ਸਰਕਾਰ ਨੇ ਲਾਗੂ ਕਰਨੇ ਨੇ, ਨਾ ਦਿੱਲੀ ਵਿੱਚ ਕਾਨੂੰਨ ਪੰਜਾਬ ਦੀ ਸਰਕਾਰ ਨੇ ਲਾਗੂ ਕਰਨੇ ਨੇ। ਨਾ ਆਪਣਾ ਪੰਜਾਬ ਦੀ ਬਿਊਰੋਕ੍ਰੇਸੀ ਨੇ ਕੋਈ ਦਿੱਲੀ ਦਾ ਡਿਪਾਰਟਮੈਂਟ ਲੁੱਕ ਆਫਟਰ ਕਰਨਾ, ਨਾ ਦਿੱਲੀ ਦੀ ਕਿਸੇ ਡਿਪਾਰਟਮੈਂਟ ਨੇ ਪੰਜਾਬ ਦੀ ਬਿਊਰੋਕ੍ਰੇਸੀ ਨੇ ਪੰਜਾਬ ਦਾ ਡਿਪਾਰਟਮੈਂਟ ਲੁੱਕ ਆਫਟਰ ਕਰਨਾ। ਸਿਰਫ ਤੇ ਸਿਰਫ ਕੀ ਹੈਗਾ ਕਿ ਸਰਕਾਰਾਂ ਦੇ ਲੈਵਲ ਤੇ ਇੱਕ ਸਮਝੌਤਾ ਹੋ ਗਿਆ। ਕੀ ਸਮਝੌਤਾ ਹੋ ਗਿਆ? ਕਿ ਅਲੱਗ-ਅਲੱਗ ਅਦਾਰਿਆਂ ਵਿੱਚ ਜੇਕਰ ਦਿੱਲੀ ਦੀ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਦੀ ਕੋਈ ਚੰਗੀ ਗੱਲ ਅਸੀਂ ਉੱਥੇ ਜਾ ਕੇ ਸਟੱਡੀ ਕਰਨੀ ਆ, ਉਹ ਕਰ ਲੈਣ ਇਜਾਜ਼ਤ ਲੈ ਕੇ। ਤੇ ਜੇ ਪੰਜਾਬ ਦੀ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਦਿੱਲੀ ਦੀਆਂ ਸਿਹਤ ਸੇਵਾਵਾਂ ਜਾਂ ਤੇ ਮੁਹੱਲਾ ਕਲੀਨਿਕ ਦੀ ਵਰਕਿੰਗ ਨੂੰ ਸਮਝ ਕੇ ਅਸੀਂ ਪੰਜਾਬ ਵਿੱਚ ਲਾਗੂ ਕਰਨਾ, ਤੇ ਇਹ ਉੱਥੇ ਜਾ ਕੇ ਉਹਨਾਂ ਦੀ ਇਜਾਜ਼ਤ ਨਾਲ ਉਹਦੀ ਸਟੱਡੀ ਕਰ ਲੈਣ। ਇਦੋਂ ਵੱਧ ਇਸ MOU ਵਿੱਚ ਇਦੋਂ ਵੱਧ ਕੁਝ ਨਹੀਂ ਹੈਗਾ। ਸੋ ਨਾ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਪਿਛਲੇ ਦਿਨੀ ਬਿਜਲੀ ਦੇ ਅਧਿਕਾਰੀ ਜਿਹੜੇ ਜਾ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਕਰਕੇ ਆਏ ਸੀ, ਉਸ ਤੋਂ ਬਾਅਦ ਬੜਾ ਵਿਵਾਦ ਪੈਦਾ ਹੋ ਗਿਆ
ਇਸ MOU ਕਰਨ ਦਾ ਕਹਿੰਦੇ ਮਤਲਬ ਇਹੀ ਹੈ ਕਿ ਹੁਣ ਅਧਿਕਾਰੀਆਂ ਦੇ ਨਾਲ ਸਿੱਧੇ ਤੌਰ ਤੇ ਮੀਟਿੰਗ ਕਰਨ ਦੀ ਜਿਹੜੀ ਅਰਵਿੰਦ ਕੇਜਰੀਵਾਲ ਨੂੰ ਖੁੱਲ੍ਹ ਹੋ ਗਈ ਹੈ, ਸਿਰਫ ਇਸ ਲਈ MOU ਕੀਤੇ ਗਏ। ਕਿਹੜੀ ਖੁੱਲ੍ਹ ਹੋ ਗਈ ਜੀ? ਜੇ ਦਿੱਲੀ ਜਾ ਕੇ ਉਹ ਇਹ ਪਤਾ ਕਰ ਆਉਣ, ਮੈਂ ਹਾਈਪੋਥੈਟੀਕਲ ਗੱਲ ਕਰਦਾ, ਮੈਨੂੰ ਨਹੀਂ ਪਤਾ ਕੀ ਡਿਟੇਲਸ ਨੇ ਉਹਦੀਆਂ, ਕਿ ਜੇ ਦਿੱਲੀ ਵਿੱਚ ਪੰਜਾਬ ਦੇ ਮੁਕਾਬਲੇ ਬਿਜਲੀ ਦੀ ਚੋਰੀ ਘੱਟ ਹੁੰਦੀ ਹੈ, ਕਿਹੜੇ ਤਰੀਕੇ ਵਰਤ ਕੇ ਤੁਸੀਂ ਚੋਰੀ ਘਟਾਈ ਹੈ, ਤੇ ਅਸੀਂ ਪੰਜਾਬ ਵਿੱਚ ਵੀ ਉਹੀ ਗੱਲਾਂ ਅਪਲਾਈ ਕਰ ਦਈਏ, ਕੋਈ ਮਾੜੀ ਗੱਲ ਹੈਗੀ ਹੈ? ਇੱਕ ਤਾਂ ਦੇਖੋ ਨਾ, ਤੁਸੀਂ ਕਿਹੜਾ ਵਿਅਕਤੀ ਹੈ ਜਿਹੜਾ ਇਸ ਗੱਲ ਨੂੰ ਡਿਫੈਂਡ ਕਰੂ? ਮੈਂ ਤੁਹਾਡੇ ਚੈਨਲ ਤੇ ਆ ਗੱਲ ਕਹਿੰਦਾ, ਚਲੋ ਸਰਕਾਰ ਨੇ ਆਪਣੇ ਸਾਧਨਾਂ ਮੁਤਾਬਕ ਜਿਹੜੇ ਆਪਣੇ ਹੇਠਲੇ ਵਰਗ ਦੇ ਲੋਕ ਨੇ ਉਹਨਾਂ ਨੂੰ ਬਿਜਲੀ ਫ੍ਰੀ ਦੇ ਦਿੱਤੀ ਜਾਂ ਘੱਟ ਰੇਟਾਂ ਤੇ ਦੇ ਦਿੱਤੀ। ਜਿਹੜੇ ਚੋਰੀ ਕਰਦੇ ਨੇ ਉਹਦੀ ਤਾਂ ਕੋਈ ਕਾਨੂੰਨੀ ਸੈਂਕਸ਼ਨ ਨਹੀਂ ਹੈਗੀ। ਤੇ ਪੰਜਾਬ ਵਿੱਚ ਅਸੀਂ ਇਸ ਗੱਲ ਨੂੰ ਵੀ ਬੜੇ ਫਖਰ ਨਾਲ ਕਹਿੰਦੇ ਆ ਕਿ ਅਸੀਂ ਜੀ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣੇ। ਇਹਦਾ ਮਤਲਬ ਇਹ ਹੋਇਆ ਕਿ ਉਹ ਵਰਗ ਜਿਨ੍ਹਾਂ ਨੂੰ ਬਿਜਲੀ ਮੁਫਤ ਨਹੀਂ ਦਿੱਤੀ ਗਈ, ਕਿ ਤੁਸੀਂ ਅਦਰਵਾਈਜ਼ ਤੁਸੀਂ ਚਿੱਪ ਵਾਲੇ ਮੀਟਰ ਦਾ ਕਿਉਂ ਵਿਰੋਧ ਕਰ ਰਹੇ ਹੋ? ਤੁਸੀਂ ਇਸ ਕਰਕੇ ਵਿਰੋਧ ਕਰ ਰਹੇ ਹੋ ਕਿ ਤੁਸੀਂ ਜਿਹੜੇ ਲੋਕਾਂ ਨੂੰ ਬਿੱਲ ਪੇ ਕਰਨਾ ਬਣਦਾ ਉਹ ਲੋਕਾਂ ਨੇ ਬਿੱਲ ਨਹੀਂ ਪੇ ਕਰਨਾ ਹੈਗਾ, ਹੋਰ ਤਾਂ ਕੋਈ ਆਧਾਰ ਨਹੀਂ ਹੈਗਾ। ਸੋ ਜੇ ਦਿੱਲੀ ਦੀ ਸਰਕਾਰ ਕੋਲ ਕੋਈ ਇਸ ਕਿਸਮ ਦੀ ਉਹਨਾਂ ਨੇ ਵੀ ਜਿਹੜਾ ਬਿਜਲੀ ਦੀ ਚੋਰੀ ਹੁੰਦੀ ਹੈ, ਜਿਹੜਾ ਬਿਜਲੀ ਦਾ ਲਾਸ, ਇੱਕ ਟਰਮ ਯੂਜ਼ ਕਰਦੇ ਨੇ ਨਾ, ਕਿ ਜਿਹੜੀ ਤੁਹਾਡੀ ਇੱਕ ਟਰਾਂਸਫਾਰਮਰ ਤੋਂ ਦੂਜੇ ਟਰਾਂਸਫਾਰਮਰ ਤੱਕ ਦਾ ਬਿਜਲੀ ਦਾ ਲਾਸ ਹੈ, ਉਹਦੇ ਲਈ ਇੱਕ ਖਾਸ ਟਰਮ ਯੂਜ਼ ਕਰਦੇ ਨੇ। ਉਹ ਘਟਾਉਣ ਦਾ ਕੋਈ ਫਾਰਮੂਲਾ ਹੋਵੇ, ਚੋਰੀ ਨੂੰ ਰੋਕਣ ਦਾ ਕੋਈ ਫਾਰਮੂਲਾ ਹੋਵੇ, ਤੇ ਕਿਹੜੀ ਮਾੜੀ ਗੱਲ ਹੈ ਜੀ ਇਹਦੇ 'ਚ? ਬਿਲਕੁਲ ਕੋਈ ਮਾੜੀ ਗੱਲ ਨਹੀਂ ਹੈਗੀ, ਕੋਈ ਮਾੜੀ ਗੱਲ ਨਹੀਂ ਹੈਗੀ। ਸੋ ਅਸੀਂ ਤਾਂ ਨਾ ਮਤਲਬ ਬੜੇ ਗਲਤ ਕਲਚਰ ਪੈਦਾ ਕਰ ਦਿੱਤਾ ਕਿ ਇੱਕ ਤਾਂ ਹੈਗਾ ਨਾ ਯਾਨੀ ਕਿ ਸਿਰਫ ਵਿਰੋਧ ਕਰਨ ਦੇ ਲਈ ਹੀ ਵਿਰੋਧ ਕੀਤਾ ਜਾ ਰਿਹਾ ਵਿਰੋਧੀਆਂ ਦੇ ਵੱਲੋਂ। ਮੈਂ ਨਹੀਂ ਜੀ, ਮੈਂ ਇਸ ਤਰ੍ਹਾਂ ਕਹਾਂਗਾ, ਤੁਸੀਂ ਕੀ ਚੀਜ਼ ਸਰਕਾਰ ਕੋਲੋਂ ਲੈਣਾ ਚਾਹੁੰਦੇ ਹੋ ਉਹਦੇ ਲਈ ਤੁਹਾਨੂੰ ਮੰਗ ਰੱਖਣ ਦਾ ਅਧਿਕਾਰ ਹੈ, ਐਜੀਟੇਟ ਕਰਨ ਦਾ ਅਧਿਕਾਰ ਹੈ, ਪਰੰਤੂ ਜਿਹੜੀ ਚੀਜ਼ ਸਰਕਾਰ ਨੇ ਤੁਹਾਨੂੰ ਨਹੀਂ ਦਿੱਤੀ ਉਹਨੂੰ ਚੋਰੀ ਕਰਨ ਦਾ ਅਧਿਕਾਰ ਨਹੀਂ ਹੈਗਾ। ਜਿਹੜੀ ਚੀਜ਼ ਤੁਹਾਨੂੰ ਸਰਕਾਰ ਨੇ ਦਿੱਤੀ, ਮੇਰੇ ਹੱਕ ਨੇ, ਮੈਂ ਆਪਣੇ ਹੱਕਾਂ ਲਈ ਲੜ ਰਿਹਾ, ਪਰ ਮੈਨੂੰ ਮੇਰੇ ਹੱਕ ਮੇਰੀ ਸਰਕਾਰ ਨੇ ਨਹੀਂ ਦਿੱਤੀ, ਮੈਂ ਸਰਕਾਰ ਦੇ ਖਜ਼ਾਨੇ ਚੋਂ ਜਾ ਕੇ ਗੱਲੇ ਚੋਂ ਥੋੜੋ ਪੈਸੇ ਕੱਢ ਲਿਆਉਂਗਾ। ਸੋ ਅਸੀਂ ਕਲਚਰ ਕੀ ਪੈਦਾ ਕਰ ਦਿੱਤਾ, ਦੱਸੋ ਨਾ ਮੈਨੂੰ। ਅੱਛਾ, ਹੋਰ ਤੁਸੀਂ ਮੈਨੂੰ ਦੱਸੋ, ਮੈਨੂੰ ਹੋਰ ਤੁਸੀਂ ਦੱਸੋ ਵੀ ਤੁਸੀਂ ਸਾਡੇ ਨਾਲ ਪਬਲਿਕ ਡਿਬੇਟ ਕਰਾ ਲਓ, ਮੈਂ ਤੁਹਾਨੂੰ ਕਈ ਵਰਗ, ਸਮਾਜ ਦੇ ਕਈ ਵਰਗ ਗਿਣਾ ਸਕਦਾ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ ਹੈ ਜੀ। ਬਿਲਕੁਲ ਠੀਕ, ਬਿਲਕੁਲ। ਜਿਵੇਂ ਤੁਸੀਂ ਇਹ ਕਹਿੰਦੇ ਹੋ ਜੀ ਬਈ ਜੀ ਠੀਕ ਹੈ, ਮੈਨੂੰ ਕਿਸਾਨਾਂ ਨਾਲ ਹਮਦਰਦੀ ਹੈਗੀ, ਕਣਕ ਦੇ ਦਾਣੇ ਦਾ ਸਾਈਜ਼ ਘਟ ਗਿਆ, ਕਿਸਾਨਾਂ ਨੂੰ ਬੋਨਸ ਮਿਲਣਾ ਚਾਹੀਦਾ, ਪਰ ਕਿਸਾਨਾਂ ਨੇ ਇਹ ਵੀ ਕਿਸਾਨ ਵੀਰ ਕਹਿ ਦੇਣ ਨਾ ਕਿ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ 7 ਸਾਲਾਂ ਤੋਂ ਗ੍ਰੇਡ ਨਹੀਂ ਮਿਲੇ, DA ਨਹੀਂ ਮਿਲਿਆ, DA ਵੀ ਤੇ ਮਹਿੰਗਾਈ ਭੱਤਾ ਹੀ ਆ, ਹੋਰ ਕੀ ਹੈ। ਜਿਨ੍ਹਾਂ ਨੂੰ 7 ਸਾਲ ਤੋਂ ਮਹਿੰਗਾਈ ਭੱਤਾ ਨਹੀਂ ਮਿਲਿਆ, ਜਿਨ੍ਹਾਂ ਨੂੰ 7 ਸਾਲਾਂ ਤੋਂ ਗ੍ਰੇਡ ਨਹੀਂ ਮਿਲੇ, ਉਹ ਵੀ ਇਸ ਪੰਜਾਬ ਦੇ ਵਸਿੰਦੇ ਨੇ, ਉਹ ਸਰਕਾਰ ਨੂੰ ਟੈਕਸ ਦਿੰਦੇ ਨੇ, ਤੇ ਉਹਨਾਂ ਦਾ ਇਸ ਸੂਬੇ ਦੇ ਸਾਧਨਾਂ ਤੇ ਅਧਿਕਾਰ ਨਹੀਂ ਹੈਗਾ। ਸੋ ਅਸੀਂ ਤੇ ਗਲਤ ਕਲਚਰ ਪੈਦਾ ਕਰ ਲਿਆ। ਗੱਲ ਕਿੱਥੋਂ ਸ਼ੁਰੂ ਹੋਈ ਸੀ ਕਿ ਜੇ ਦਿੱਲੀ ਵਿੱਚ ਇਹਨਾਂ ਚੋਰੀਆਂ ਨੂੰ ਰੋਕਣ ਦਾ ਕੋਈ ਤਰੀਕਾ ਸਰਕਾਰ ਨੇ ਲੱਭਿਆ, ਉਹ ਸਿੱਖ ਕੇ ਜੇ ਪੰਜਾਬ 'ਚ ਲਾਗੂ ਹੋ ਜਾਵੇ, ਕਿਹੜੀ ਮਾੜੀ ਗੱਲ ਹੈ ਜੀ। ਬਿਲਕੁਲ। ਡਾਕਟਰ ਸਾਹਿਬ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ। ਰਾਜਸਥਾਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਕੀਮਤੀ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣੇ ਆ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।